ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਸ਼ਲੋਕ ਨੂੰ ਅਸੀਂ ਕੱਲ ਵਿਚਾਰਿਆ ਹੈ, ਇਹ ਉਹਦੇ ਨਾਲ ਮਿਲਦੀ ਜੁਲਦੀ ਵਿਚਾਰ ਹੈ। ਕੱਲ ਦਾ ਜੋ ਸ਼ਲੋਕ ਸੀ ਉਹਦੇ ਵਿੱਚ ਇੱਕ ਖਿਆਲ ਸੀ ਕਿ ਜਿਹੜੇ ਲੋਕ ਅਵਤਾਰਾਂ ਦਾ ਸਵਾਂਗ ਬਣਾ ਕੇ ਉਹਨਾਂ ਦੀ ਨਕਲ ਕਰਕੇ ਨਾਟਕ ਖੇਡਦੇ ਨੇ ਜਾਂ ਲੋਕਾਂ ਨੂੰ ਆਪਣੇ ਨਾਲ ਜੋੜਦੇ ਨੇ, ਤੇ ਉਹਦੇ ਵਿੱਚ ਸਤਿਗੁਰੂ ਕਹਿੰਦੇ ਨੇ ਵੀ ਉਹਨਾਂ ਦਾ ਕੰਮ ਬਹੁਤੀ ਵਾਰ ਇੱਥੋਂ ਤੱਕ ਰਹਿ ਜਾਂਦਾ ਵੀ ਅਸੀਂ ਕਿੱਡਾ ਵਧੀਆ ਨਾਚ ਕਰਾਂਗੇ, ਕਿੰਨਾ ਅਸੀਂ ਸੋਹਣਾ ਨਾਟਕ ਕਰ ਸਕਦੇ ਹਾਂ ਤਾਂ ਕਿ ਲੋਕ ਸਾਡੇ ਨਾਟਕ ਤੋਂ ਜ਼ਿਆਦਾ ਖੁਸ਼ ਹੋ ਜਾਣ ਅਤੇ ਸਾਡਾ ਜਿਹੜਾ ਖਾਣ ਪੀਣ ਦਾ ਖਰਚਾ ਹੈ, ਰੋਟੀ ਦਾ ਖਰਚਾ ਹੈ, ਉਹ ਵਧੀਆ ਚੱਲਦਾ ਰਹੇ। ਉਹਨਾਂ ਦੀ ਸੁਰਤ ਦੇ ਵਿੱਚ ਭਗਤੀ ਦੇ ਨਾਲੋਂ ਜ਼ਿਆਦਾ ਜਿਹੜਾ ਕੰਮ ਹੈ ਉਹ ਰੋਟੀ ਹੈ, ਭਗਤੀ ਨਹੀਂ ਹੈ ਉਨੀ ਜਿੰਨਾ ਉਹਨਾਂ ਨੂੰ ਰੋਟੀ ਦਾ ਮਸਲਾ ਹੈ। ਅਤੇ ਹੋ ਸਕਦਾ ਹੈ ਉਹਨਾਂ ਨੂੰ ਵਧੀਆ ਰੋਟੀ ਕਿਸੇ ਹੋਰ ਪਾਸੇ ਤੋਂ ਮਿਲੇ ਅਤੇ ਉਹ ਉੱਥੋਂ ਜਾ ਕੇ ਰੋਟੀ ਖਾਣ ਲੱਗ ਪੈਣ, ਜੇ ਰੋਟੀ ਦਾ ਮਸਲਾ ਹੀ ਹੋਵੇ। ਤੇ ਜਿਹੜੇ ਇਹੋ ਜਿਹੇ ਨਕਲੀਆਂ ਨੂੰ, ਇਹੋ ਜਿਹੇ ਸਵਾਂਗੀਆਂ ਨੂੰ, ਇਹੋ ਜਿਹੇ ਭੇਖ ਕਰਨ ਵਾਲਿਆਂ ਨੂੰ ਵੇਖਣ ਵਾਲੇ ਹੁੰਦੇ ਨੇ, ਉਹਨਾਂ ਦਾ ਹਿਸਾਬ ਕਿਤਾਬ ਬਸ ਇੰਨਾ ਕੁ ਹੈ ਵੀ ਚਾਰ ਬੰਦੇ ਇਕੱਠੇ ਹੋਏ ਸੀ, ਅਸੀਂ ਵੀ ਵੇਖ ਲਈਏ ਵੀ ਉੱਥੇ ਜਾ ਕੇ ਕੀ ਹੋ ਰਿਹਾ ਹੈ। ਜੇ ਸਿਖਾਉਣ ਵਾਲਿਆਂ ਦੇ ਮਨ ਦੇ ਅੰਦਰ ਕੋਈ ਬਹੁਤੀ ਭਾਵਨਾ ਨਹੀਂ ਹੈ ਤੇ ਸਿੱਖਣ ਵਾਲੇ ਵੀ ਬਹੁਤੀ ਭਾਵਨਾ ਦੇ ਵਿੱਚ ਨਹੀਂ ਜੁੜਦੇ ਪਏ, ਉਹ ਵੀ ਬਸ ਇੱਕ ਰੌਣਕ ਮੇਲਾ ਵੇਖਣ ਵਾਲੇ ਨੇ ਵੀ ਚਾਰ ਬੰਦੇ ਇਕੱਠੇ ਹੋਏ ਸੀ, ਵੇਖੀਏ ਵੀ ਉੱਥੇ ਜਾ ਕੇ ਕੀ ਹੁੰਦਾ ਹੈ। ਜਿੱਦਾਂ ਸਾਡੇ ਦੇਸ਼ ਦੇ ਵਿੱਚ ਲੋਕਾਂ ਦੇ ਕੋਲ ਥੋੜ੍ਹਾ ਜਿਹਾ ਵੇਲ ਹੈ, ਜਿੱਥੇ ਚਾਰ ਬੰਦੇ ਲੜਦੇ ਪਏ ਹੁਣ ਉੱਥੇ ਉਹਨਾਂ ਨੂੰ 40 ਜਾਣੇ ਵੇਖਣ ਵਾਲੇ ਵੈਸੇ ਹੀ ਖੜੇ ਹੋ ਜਾਂਦੇ ਨੇ। ਇਸ ਕਰਕੇ ਮਹਾਰਾਜ ਨੇ ਉਹ ਗੱਲ ਕਹੀ ਸੀ ਵੀ ਧਰਮ ਦਾ ਜਿਹੜਾ ਬਹੁਤਿਆਂ ਲੋਕਾਂ ਦਾ ਸੰਬੰਧ ਇਹ ਹੈ, ਕੁਝ ਐਕਟਰ ਨੇ ਅਤੇ ਕੁਝ ਬਸ ਐਕਟਿੰਗ ਵੇਖਣ ਵਾਲੇ ਨੇ, ਧਰਮ ਦੋਵਾਂ ਦੇ ਕੋਲ ਹੀ ਨਹੀਂ ਹੈ, ਦੋਵੇਂ ਖਾਨਾ ਪੂਰਤੀ ਕਰਦੇ ਪਏ ਨੇ। ਹੁਣ ਅਗਲੀ ਜਿਹੜੀ ਗੱਲ ਹੈ, ਜਦੋਂ ਅਸੀਂ ਆਪਣੇ ਕੁਝ ਕਰਮਾਂ ਦੀ ਈਗੋ ਲੈ ਕੇ ਫਿਰਦੇ ਹਾਂ ਵੀ ਰੱਬ ਦੇ ਨਾਂ ਦੇ ਉੱਤੇ ਮੈਂ ਕੁਝ ਕਰਦਾ ਪਿਆ ਹਾਂ, ਅਤੇ ਉੱਥੇ ਕੀ ਫਿਰ ਹੁੰਦਾ ਹੈ, ਜੋ ਮੈਨੂੰ ਸਹੀ ਲੱਗਦਾ ਹੈ, ਮੈਂ ਕਹਿੰਦਾ ਇਹ ਰਸਤਾ ਸਹੀ ਹੈ, ਜੋ ਦੂਸਰੇ ਕਰਦੇ ਨੇ ਮੈਨੂੰ ਲੱਗਦਾ ਇਹ ਰਸਤਾ ਗਲਤ ਹੈ। ਆਪਾਂ ਇੱਦਾਂ ਕਹਿ ਲਈਏ, ਜੋ ਕਰਮ ਮੈਂ ਕਰਦਾ ਪਿਆ ਹਾਂ, ਮੇਰੇ ਵਰਗਾ ਸੇਮ ਕਰਮ ਕੋਈ ਹੋਰ ਕਰਦਾ ਪਿਆ ਹੈ, ਫਿਰ ਤੀਸਰਾ ਕਰਦਾ ਪਿਆ ਹੈ, ਚੌਥਾ ਕਰਦਾ ਪਿਆ ਹੈ। ਉਹਦੇ ਨਾਲ ਕੀ ਹੁੰਦਾ, ਇੱਕ ਕਲਾਸ ਬਣ ਜਾਂਦੀ ਹੈ, ਇੱਕ ਯੂਨਿਟ ਬਣ ਜਾਂਦਾ ਵੀ ਇਹ ਸਾਰੇ ਬੰਦੇ ਆਹ ਕੰਮ ਕਰਦੇ ਨੇ। ਜਿੱਦਾਂ ਮੰਨ ਲਓ ਅਸੀਂ ਸਿੱਖ ਹਾਂ ਅਤੇ ਅਸੀਂ ਕੀ ਕਰਾਂਗੇ, ਲਗਭਗ ਸਾਡਾ ਮੱਥਾ ਟੇਕਣਾ ਇੱਕੋ ਜਿਹਾ ਸਾਰਿਆਂ ਦੇ ਨਾਲ ਸਾਂਝਾ, ਸਾਡਾ ਲੰਗਰ ਖਾਣਾ ਸਾਰਿਆਂ ਦੇ ਨਾਲ ਇੱਕੋ ਜਿਹਾ ਸਾਂਝਾ। ਅਸੀਂ ਜੋ ਕਰਮ ਕਰਾਂਗੇ ਲਗਭਗ ਸਿੱਖਾਂ ਦੇ ਵਿੱਚ ਕਾਮਨ ਹੋਣਗੇ, ਸਾਡੇ ਯੂਨਿਟ ਦੇ ਵਿੱਚ ਉਹ ਕੰਮ ਕਾਮਨ ਹੋ ਗਿਆ ਹੈ। ਬਿਲਕੁਲ ਇਸੇ ਤਰ੍ਹਾਂ ਤੁਸੀਂ ਵੇਖ ਲਓ, ਜੋ ਕੰਮ ਮੰਦਰਾਂ ਦੇ ਵਿੱਚ ਹੁੰਦੇ ਨੇ, ਉੱਥੇ ਜਿਹੜੇ ਜਾਣ ਵਾਲੇ ਲੋਕ ਨੇ, ਉਹਨਾਂ ਸਾਰੀਆਂ ਦੀਆਂ ਕਿਰਿਆਵਾਂ, ਉਹਨਾਂ ਸਾਰਿਆਂ ਦੇ ਕਰਮ ਜਿਹੜੇ ਨੇ ਉਹ ਇੱਕੋ ਜਿਹੇ ਨੇ। ਜਿੱਦਾਂ ਉੱਥੇ ਕੋਈ ਜੇ ਇੱਕ ਜਾਣਾ ਫੁੱਲ ਲੈ ਕੇ ਜਾ ਰਿਹਾ ਹੈ, ਦੂਸਰਾ ਵੀ ਲਗਭਗ ਉਸੇ ਰੂਪ ਦੇ ਵਿੱਚ ਜਾਂਦਾ ਹੈ, ਤੀਸਰਾ ਵੀ ਲਗਭਗ ਉਸੇ ਰੂਪ ਦੇ ਵਿੱਚ ਜਾਂਦਾ ਹੈ। ਕੋਈ ਜਲ ਲੈ ਕੇ ਜਾ ਰਿਹਾ ਹੈ, ਜਲ ਲੈ ਕੇ ਆ ਰਿਹਾ ਹੈ, ਕੋਈ ਇੱਕ ਜਾਣਾ ਥਾਲੀ ਲੈ ਕੇ ਜਾ ਰਿਹਾ ਹੈ, ਦੂਸਰਾ ਵੀ ਥਾਲੀ ਲੈ ਕੇ ਜਾ ਰਿਹਾ ਹੈ। ਮਤਲਬ ਇੱਕ ਯੂਨਿਟ ਇੱਥੇ ਤਿਆਰ ਹੋ ਗਿਆ, ਇੱਕ ਯੂਨਿਟ ਉੱਥੇ ਤਿਆਰ ਹੋ ਗਿਆ। ਇੱਦਾਂ ਹੀ ਤੁਸੀਂ ਮਸਜਿਦ ਦੇ ਵਿੱਚ ਵੇਖੋਗੇ, ਲੋਕ ਇਸਲਾਮ ਵਾਲੇ ਜਦੋਂ ਉਹ ਨਮਾਜ਼ ਅਦਾ ਕਰਨ ਦੇ ਲਈ ਜਾਂਦੇ ਨੇ ਅਤੇ ਉਹਨਾਂ ਦੇ ਵੀ ਕਾਫੀ ਬੰਦੇ ਉੱਥੇ ਪਹੁੰਚੇ ਹੁੰਦੇ ਨੇ। ਇਹਦਾ ਮਤਲਬ ਸਿਰਫ ਇੰਨਾ ਕੁ ਸਮਝਣ ਦੀ ਲੋੜ ਹੈ, ਇੱਕ ਕਰਮ ਨੂੰ ਜਦੋਂ ਜ਼ਿਆਦਾ ਜਾਣੇ ਕਰਨ ਲੱਗ ਪੈਂਦੇ ਨੇ ਨਾ, ਤਾਂ ਫਿਰ ਉਹ ਇੱਕ ਜਿਹੜਾ ਗਰੁੱਪ ਤਿਆਰ ਹੋ ਜਾਂਦਾ ਨਾ, ਫਿਰ ਉਹਦੇ ਨਾਮ ਦੇ ਉੱਤੇ ਰੱਖ ਦਿੱਤਾ ਜਾਂਦਾ ਵੀ ਆਹ ਸਿੱਖਾਂ ਦੇ ਕਰਮ ਨੇ, ਆਹ ਮੁਸਲਮਾਨਾਂ ਦੇ ਕਰਮ ਨੇ, ਆਹ ਹਿੰਦੂਆਂ ਦੇ ਕਰਮ ਨੇ, ਅਤੇ ਆਹ ਦੂਜਿਆਂ ਦੇ, ਜੈਨੀਆਂ ਦੇ, ਬੋਧੀਆਂ ਦੇ, ਇੱਦਾਂ ਸਾਰਿਆਂ ਦੇ ਕਰਮ ਨੇ। ਪਰ ਕਰਮ ਹੈ ਕੀ ਹੈ ਅਸਲ ਦੇ ਵਿੱਚ? ਕਰਮ ਦਾ ਕੰਮ ਸਿਰਫ ਇੰਨਾ ਕੁ ਹੈ ਕਿ ਜਿੱਦਾਂ ਤੁਸੀਂ ਘਰ ਦੇ ਵਿੱਚੋਂ ਨਿਕਲ ਕੇ ਅਤੇ ਇੱਥੇ ਆ ਕੇ ਬੈਠ ਗਏ ਜੀ, ਇੱਥੋਂ ਤੱਕ ਕਰਮ ਹੈ ਬਸ, ਇਹਦੋਂ ਅੱਗੇ ਕਰਮ ਨਹੀਂ ਹੈ। ਅਤੇ ਇਹ ਕੋਈ ਮਤਲਬ ਨਹੀਂ ਹੈ
ਵੀ ਤੁਸੀਂ ਕਿਹੜੇ ਦਰਵਾਜ਼ੇ ਤੋਂ ਗੁਰਦੁਆਰੇ ਐਂਟਰ ਹੋਏ ਜੇ, ਸਿਰਫ ਇੰਨਾ ਕੁ ਮਤਲਬ ਹੈ ਵੀ ਗੁਰਦੁਆਰੇ ਆ ਕੇ ਬੈਠ ਗਏ ਹਾਂ, ਸਿਰਫ ਇੰਨਾ ਕੁ ਮਤਲਬ ਹੈ। ਬਾਬਾ ਰਵਿਦਾਸ ਸਾਹਿਬ ਜੀ ਦੇ ਇੱਕ ਸ਼ਬਦ ਨੂੰ ਸਮਝ ਲੈਣਾ, ਸਾਡੀ ਉਹ ਗੱਲ ਜ਼ਿਆਦਾ ਕਲੀਅਰ ਹੋ ਜਾਵੇਗੀ। ਕਿਉਂਕਿ ਅਸਲ ਦੇ ਵਿੱਚ ਸਾਡੀਆਂ ਜਿੰਨੀਆਂ ਵੀ ਲੜਾਈਆਂ ਨੇ ਨਾ, ਉਹ ਕਰਮਾਂ ਦੀਆਂ ਲੜਾਈਆਂ ਨੇ, ਵੀ ਉਹਦੇ ਕਰਮ ਮੇਰੇ ਨਾਲ ਨਹੀਂ ਮਿਲਦੇ ਪਏ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਕੋਈ ਮੱਥਾ ਟੇਕਦਾ ਪਿਆ ਹੈ, ਕਿਵੇਂ ਟੇਕਦਾ ਪਿਆ ਹੈ, ਉਹਦੀ ਪਰਸਨਲ ਚੋਇਸ ਹੋ ਸਕਦੀ ਹੈ ਵੀ ਲੰਮੇ ਪੈ ਕੇ ਮੱਥਾ ਟੇਕੇ, ਜਾਂ ਜਿੱਦਾਂ ਆਮ ਮੱਥਾ ਜਾਂ ਟੇਕਦੇ ਨੇ ਉੱਦਾਂ ਮੱਥਾ ਟੇਕੇ। ਪਰ ਮੈਨੂੰ ਇੰਝ ਲੱਗਣ ਲੱਗ ਪਵੇ ਵੀ ਜਿੱਦਾਂ ਮੈਂ ਮੱਥਾ ਟੇਕਦਾ ਹਾਂ ਮੈਂ ਹੀ ਠੀਕ ਹਾਂ, ਫਿਰ ਦਿੱਕਤ ਆ ਜਾਂਦੀ ਹੈ। ਜਿੱਦਣ ਮੈਨੂੰ ਇੰਝ ਲੱਗਣ ਲੱਗ ਪੈਂਦਾ ਵੀ ਜਿਹੜੇ ਮੇਰੇ ਕਰਮ ਨੇ ਜਾਂ ਮੇਰੇ ਗਰੁੱਪ ਦੇ ਕਰਮ ਨੇ, ਮੇਰੇ ਧਰਮ ਦੇ ਕਰਮ ਨੇ, ਇਹ ਜ਼ਿਆਦਾ ਵਧੀਆ ਨੇ, ਦੂਜਿਆਂ ਦੇ ਕਰਮ ਨਿਕੰਮੇ ਨੇ, ਤੇ ਫਿਰ ਉਹਦੇ ਬਾਰੇ ਜਿਹੜੀ ਗੱਲ ਹੈ ਨਾ, ਉਹ ਇਸ ਸ਼ਲੋਕ ਦੇ ਵਿੱਚ ਗੁਰੂ ਸਾਹਿਬ ਨੇ ਕੀਤੀ ਹੋਈ ਹੈ। ਆਪਾਂ ਬਾਬਾ ਰਵਿਦਾਸ ਸਾਹਿਬ ਜੀ ਦਾ ਇੱਕ ਸ਼ਬਦ ਲੈ ਲਈਏ। ਹਜ਼ੂਰ ਕਹਿੰਦੇ ਨੇ, ਫਲ ਕਾਰਨ ਫੂਲੀ ਬਨ ਰਾਏ, ਫਲ ਲਾਗਾ ਤਬ ਫੂਲ ਬਿਲਾਏ। ਤੁਸੀਂ ਵੇਖਿਆ ਹੋਵੇਗਾ ਆਪਣੇ ਘਰਾਂ ਦੇ ਵਿੱਚ ਸਭ ਤੋਂ ਪਹਿਲਾਂ ਪੌਦੇ ਨੂੰ ਫੁੱਲ ਲੱਗਦਾ ਹੈ, ਸਭ ਤੋਂ ਪਹਿਲਾਂ। ਪਰ ਜਿੱਦਣ ਉਹੀ ਫੁੱਲ ਫਲ ਬਣਨਾ ਸ਼ੁਰੂ ਹੋ ਜਾਂਦਾ ਨਾ, ਤੇ ਫੁੱਲ ਦੀਆਂ ਜਿਹੜੀਆਂ ਪੰਖੜੀਆਂ ਹੁੰਦੀਆਂ ਨੇ ਉਹ ਡਿੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ। ਕਿਸੇ ਵੀ ਫਸਲ ਦਾ, ਜਿਹੜੇ ਖਾਸ ਕਰਕੇ ਬੂਟੇ ਫਲਾਂ ਵਾਲੇ ਨੇ, ਉਹਨਾਂ ਦਾ ਪਹਿਲਾ ਨਿਯਮ ਇਹ ਹੈ, ਪਹਿਲਾਂ ਫੁੱਲ ਬਣਦਾ ਹੈ ਤੇ ਫਿਰ ਫਲ ਬਣਦਾ ਹੈ। ਮਰਦ ਕਹਿੰਦੇ ਨੇ, ਫਲ ਕਾਰਨ ਫੂਲੀ ਬਨ ਰਾਏ। ਫੁੱਲ ਲੱਗੇ ਕਿਉਂ ਸੀ? ਸਿਰਫ ਇਸ ਕਰਕੇ ਲੱਗੇ ਕਿ ਆਹ ਜਿਹੜੀ ਬਨਸਪਤੀ ਹੈ ਨਾ, ਇਹਨੂੰ ਫਲ ਲੱਗ ਜਾਵੇ। ਪਰ ਕੀ ਹੋ ਗਿਆ? ਫਲ ਲੱਗਾ ਤਬ ਫੂਲ ਬਿਲਾਏ। ਜਦੋਂ ਫਲ ਲੱਗ ਜਾਂਦਾ ਨਾ, ਫਿਰ ਫੁੱਲ ਪਰੇ ਹੋ ਜਾਂਦੇ ਨੇ। ਤੁਸੀਂ ਇੱਦਾਂ ਦੇ ਦਰਖਤ ਨਹੀਂ ਕਿਤੇ ਵੇਖੋਗੇ, ਜਦੋਂ ਲੱਦੇ ਜਾਂਦੇ ਨੇ ਨਾ, ਫਿਰ ਸਾਰੇ ਫੁੱਲ ਪਰੇ ਹੋ ਜਾਂਦੇ ਨੇ, ਇਕੱਲਾ ਫਲ ਹੀ ਨਜ਼ਰ ਆਉਂਦਾ ਹੈ, ਕਿਉਂਕਿ ਬਹਾਰ ਦਾ ਇਹ ਮੌਸਮ ਹੁੰਦਾ ਹੈ। ਫਲ ਲਾਗਾ ਤਬ ਫੂਲ ਬਿਲਾਏ, ਗਿਆਨੈ ਕਾਰਨ ਕਰਮ ਅਭਿਆਸ। ਅੱਜ ਜੋ ਕੁਝ ਅਸੀਂ ਕਰਦੇ ਪਏ ਹਾਂ ਨਾ, ਜਿੰਨਾ ਵੀ ਇਹਨੂੰ ਕਹਿ ਲਈਏ ਕਰਮ ਅਭਿਆਸ ਹੈ ਸਾਡਾ, ਸਾਡੀ ਪ੍ਰੈਕਟਿਸ ਹੈ ਧਰਮ ਦੀ। ਗਿਆਨੈ ਕਾਰਨ, ਪਰ ਕਿਉਂ ਹੈ? ਅੰਦਰ ਸਮਝ ਪੈਦਾ ਹੋ ਜਾਵੇ, ਅੰਦਰ ਜਾਣਕਾਰੀ ਪੈਦਾ ਹੋ ਜਾਵੇ। ਪਰ ਬਾਬਾ ਰਵਿਦਾਸ, ਇਹ ਬੜੀ ਅੱਗੇ ਦੀ ਗੱਲ ਹੈ, ਅਜੇ ਇਹਨੂੰ ਕਿਤੇ ਹੁਣੇ ਹੀ ਨਾ ਕਰਮਾਂ ਨੂੰ ਰੱਦ ਕਰਨਾ ਸ਼ੁਰੂ ਕਰ ਦਈਏ। ਗਿਆਨੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤਾਂ ਕਰਮ ਹੈ ਨਾਸ। ਕਹਿੰਦੇ ਜਦੋਂ ਗਿਆਨ ਹੋ ਗਿਆ ਨਾ, ਇਹ ਕਰਮ ਆਪਣੇ ਆਪ ਹੀ ਸਾਨੂੰ ਇਹਨਾਂ ਦਾ ਨਾਸ ਹੋ ਜਾਂਦਾ। ਜਿਨ੍ਹਾਂ ਨੂੰ ਹੁਣ ਅਸੀਂ ਇੰਨੀ ਇੰਪੋਰਟੈਂਸ ਦਿੰਦੇ ਆ ਨਾ, ਤੇ ਦੇਣੀ ਚਾਹੀਦੀ ਵੀ ਹੈ, ਪਰ ਅੱਗੇ ਜਾ ਕੇ ਸਾਨੂੰ ਪਤਾ ਲੱਗੇਗਾ, ਆਗਿਆ ਚੱਲਣ ਔਰ ਹੈ ਭਾਈ ਉਹਾਂ ਕਾਮ ਨਾ ਆਇਆ। ਅੱਗੇ ਕੁਝ ਹੋਰ ਵੀ ਚੱਲਣ ਹੈ, ਇਹ ਚੀਜ਼ਾਂ ਉੱਥੇ ਕੰਮ ਨਹੀਂ ਆਉਂਦੀਆਂ। ਜਿੱਦਾਂ ਬੱਚੇ ਨੂੰ ਸਕੂਲ ਦੇ ਵਿੱਚ ਪਾਉਣਾ ਹੈ, ਤੇ ਜ਼ਰੂਰੀ ਹੈ ਵੀ ਉਹਨੇ ਯੂਨੀਫਾਰਮ ਪਾ ਕੇ ਆਉਣਾ ਹੈ, ਜ਼ਰੂਰੀ ਹੈ ਵੀ ਉਹਨੇ ਕਿਤਾਬਾਂ ਲੈ ਕੇ ਆਉਣਾ ਹੈ, ਜ਼ਰੂਰੀ ਹੈ ਵੀ ਉਹਨੇ ਉਸ ਟਾਈਮ ਦੇ ਉੱਤੇ ਸਕੂਲ ਦੇ ਵਿੱਚ ਐਂਟਰ ਹੋਣਾ ਹੈ ਜਿਹੜਾ ਟਾਈਮ ਉਹਦੇ ਸਕੂਲ ਦਾ ਹੈ। ਪਰ ਇਹ ਮੰਜ਼ਿਲ ਤੇ ਨਹੀਂ ਹੈ, ਮੰਜ਼ਿਲ ਤੇ ਪੜ੍ਹਾਈ ਹੈ। ਉਹਨੂੰ ਉੱਥੇ ਬੈਠੇ ਨੂੰ ਪਤਾ ਲੱਗੇਗਾ ਵੀ ਇਹ ਕਰਮ ਵੀ ਜ਼ਰੂਰੀ ਸੀ, ਪਰ ਇਹਦੇ ਨਾਲੋਂ ਇੱਕ ਜ਼ਿਆਦਾ ਜ਼ਰੂਰੀ ਕਰਮ ਜਿਹੜਾ ਹੈ ਉਹ ਇਹ ਹੈ ਵੀ ਉੱਥੇ ਬੈਠ ਕੇ ਪੜ੍ਹਾਈ ਕਰਨੀ ਹੈ। ਮੈਂ ਬੇਨਤੀ ਕੀਤੀ ਹੈ, ਅੱਜ ਜਿੰਨੇ ਨੇ ਨਾ, ਅਸੀਂ ਕਿਵੇਂ ਗੁਰਦੁਆਰੇ ਆ ਰਹੇ ਹਾਂ, ਤੁਸੀਂ ਪੈਦਲ ਆ ਰਹੇ ਜੇ, ਬਾਈਕ ਦੇ ਉੱਤੇ ਆ ਰਹੇ ਜੇ, ਗੱਡੀ ਦੇ ਉੱਤੇ ਆ ਰਹੇ ਜੇ, ਕਿਵੇਂ ਵੀ ਆ ਰਹੇ ਜੇ, ਇਹ ਸਾਡਾ ਕਰਮ ਹੈ। ਕਰਮ ਤੋਂ ਅੱਗੇ ਗਿਆਨ ਹੈ। ਜਦੋਂ ਇੱਥੇ ਬੈਠ ਜਾਂਦੇ ਆ ਨਾ, ਫਿਰ ਕਰਮ ਪਿੱਛੇ ਰਹਿ ਜਾਂਦੇ ਨੇ। ਇੱਥੇ ਸਿਰਫ ਇੱਕ ਗਿਆਨ ਹੈ, ਸਮਝ ਹੈ। ਹੁਣ ਕੋਈ ਪੈਦਲ ਆਵੇ ਤੇ ਉਹ ਬਾਈਕ ਵਾਲੇ ਨੂੰ ਕਹਿ ਜਾਵੇ ਵੀ ਮੈਨੂੰ ਤੇਰੇ ਨਾਲੋਂ ਵੱਧ ਮਾਣ ਮਿਲੇਗਾ ਵੀ ਮੈਂ ਪੈਦਲ ਚੱਲ ਕੇ ਆਇਆ। ਬਾਈਕ ਵਾਲਾ ਗੱਡੀ ਵਾਲੇ ਨੂੰ ਕਹੀ ਜਾਵੇ ਵੀ ਮੈਨੂੰ ਤੇਰੇ ਨਾਲੋਂ ਵੱਧ ਮਾਣ ਮਿਲੇਗਾ, ਤੇ ਉਹਦੇ ਤੋਂ ਵੀ ਇਲਾਵਾ ਕੋਈ ਨੰਗੇ ਪੈਰੀ ਚੱਲ ਕੇ ਆਵੇ ਤਾਂ ਕਹੇ ਵੀ ਮੈਨੂੰ ਜ਼ਿਆਦਾ ਮਾਣ ਮਿਲ ਜਾਣਾ ਚਾਹੀਦਾ। ਕੋਈ ਫਰਕ ਨਹੀਂ ਪੈਂਦਾ ਇਹਨਾਂ ਗੱਲਾਂ ਦੇ ਨਾਲ। ਤੁਸੀਂ ਕਿਵੇਂ ਵੀ ਆਏ, ਮਤਲਬ ਤੇ ਇਹ ਸੀ ਵੀ ਗੁਰਦੁਆਰੇ ਆਉਣਾ ਹੈ। ਗੱਲ ਤੇ ਇੱਥੋਂ ਸ਼ੁਰੂ ਹੋ ਰਹੀ ਹੈ ਵੀ ਹੁਣ ਇੱਥੇ ਆ ਕੇ ਅਸੀਂ ਕੀ ਕਰਦੇ ਪਏ ਹਾਂ, ਇੱਥੋਂ ਆ ਕੇ ਕੀ ਸਿੱਖਣਾ ਹੈ। ਬਹੁਤੇ ਲੋਕਾਂ ਦੀਆਂ ਧਰਮ ਦੇ ਵਿੱਚ ਕਰਮਾਂ ਦੀਆਂ ਲੜਾਈਆਂ ਨੇ, ਮੇਰੇ ਕਰਮ ਸਹੀ, ਤੇਰੇ ਕਰਮ ਬੁਰੇ। ਔਰ ਇਸੇ ਕਰਕੇ ਤੁਸੀਂ ਵੇਖਦੇ ਜੇ ਉਹ ਫਿਰ ਇੱਕ ਦੂਸਰੇ ਤੋਂ ਉਲਟ ਕਰਮ ਕਰਦੇ ਨੇ, ਚਾਹੇ ਆਪਣੇ ਆਪ ਨੂੰ ਵੱਖਰਾ ਰੱਖਣ ਦੀ ਖਾਤਰ, ਚਾਹੇ ਆਪਣੇ ਆਪ ਨੂੰ ਜਿਤਾਉਣ ਦੀ ਖਾਤਰ ਵੀ ਸਾਡੇ ਕਰਮ ਤੁਹਾਡੇ ਕਰਮਾਂ ਦੇ ਨਾਲ ਨਹੀਂ ਮਿਲਦੇ। ਸਤਿਗੁਰੂ ਜੀ ਨੇ ਨਾ ਇੱਥੇ ਇੱਕ ਲਿਸਟ ਗਿਣਾ ਦਿੱਤੀ ਹੈ, ਤੇ ਅੰਤ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਆਪਣਾ ਮਤ ਹੈ। ਇਹ ਗੁਰਬਾਣੀ ਦਾ ਔਰ ਗੁਰਮਤਿ ਦਾ ਇੱਕ ਬੜੇ ਸੋਹਣਾ ਨਿਰਣਾ ਹੈ ਇਸ ਗੱਲ ਦਾ ਵੀ ਗੁਰੂ ਸਾਹਿਬ ਸਾਰਿਆਂ ਦੇ ਵਿੱਚ ਕੀ ਕਰਦੇ ਨੇ,
ਪਹਿਲਾਂ ਲੋਕਾਂ ਦੀਆਂ ਗੱਲਾਂ ਦੱਸੀ ਜਾਂਦੇ ਨੇ ਵੀ ਲੋਕ ਇਦਾਂ ਕਰਦੇ ਨੇ, ਲੋਕ ਇਦਾਂ ਕਰਦੇ ਨੇ, ਪਰ ਅੰਤ ਦੇ ਵਿੱਚ ਕੀ ਕਰਦੇ ਨੇ? ਅੰਤ ਦੇ ਵਿੱਚ ਗੁਰੂ ਸਾਹਿਬ ਆਪਣਾ ਮਤ ਦੇ ਦਿੰਦੇ ਨੇ ਵੀ ਹਾਂ ਸਾਡਾ ਖਿਆਲ ਕੀ ਹੈ, ਸਾਡੀ ਵਿਚਾਰ ਕੀ ਹੈ। ਮੈਂ ਫਿਰ ਕਹਿ ਦੇਵਾਂ, ਜਿਹੜੀ ਯੂਨਿਟ ਦੀ ਮੈਜੋਰਿਟੀ ਹੋ ਜਾਂਦੀ ਹੈ ਨਾ, ਉਹਨੂੰ ਲੱਗਦਾ ਵੀ ਜਿਹੋ ਜਿਹੇ ਕਰਮ ਮੈਂ ਕਰਦਾ ਪਿਆ ਹਾਂ ਬਾਕੀ ਦੁਨੀਆ ਵੀ ਉੱਦਾਂ ਦੇ ਕਰਮ ਕਰੇ। ਉਹ ਫਿਰ ਧੱਕੇ ਨਾਲ ਲੋਕਾਂ ਦੇ ਕੋਲੋਂ ਕਰਾਉਂਦੇ ਨੇ, ਧੱਕੇ ਦੇ ਨਾਲ। ਕਾਨੂੰਨ ਦੀ ਸਹਾਇਤਾ ਲੈ ਲਈ, ਲਾ ਆਪਣੇ ਧਰਮ ਦੇ ਬਣਾ ਲਓ ਕਿ ਜੇ ਉੱਦਾਂ ਨਹੀਂ ਚੁੱਕਣਾ ਚਾਹੁੰਦੇ ਤਾਂ ਇੱਦਾਂ ਬਣਾ ਲਓ। ਔਰ ਤੁਸੀਂ ਵੇਖੋਗੇ ਸਾਡੇ ਦੇਸ਼ ਦੇ ਵਿੱਚ ਜਦੋਂ ਖਾਸ ਕਰਕੇ ਮੁਸਲਮਾਨਾਂ ਦਾ ਰਾਜ ਹੈ, ਉਹਨਾਂ ਨੇ ਰੱਜ ਕੇ ਅਤਿਆਚਾਰ ਕੀਤੇ ਨੇ, ਰੱਜ ਕੇ ਅਤਿਆਚਾਰ ਕੀਤੇ ਨੇ। ਸਾਰੇ ਬੁਰੇ ਵੀ ਨਹੀਂ, ਸਾਰੇ ਚੰਗੇ ਵੀ ਨਹੀਂ, ਉਹਨਾਂ ਨੇ ਰੱਜ ਕੇ ਅਤਿਆਚਾਰ ਕੀਤੇ। ਇਤਿਹਾਸ ਦੇ ਵਿੱਚੋਂ ਕਿਤੇ ਵੀ ਗੱਲ ਲੁਕੀ ਨਹੀਂ ਹੈ ਇਸ ਚੀਜ਼ ਦੀ। ਪਰ ਸਮਾਂ ਬਦਲ ਗਿਆ, ਉਹਨਾਂ ਦਾ ਰਾਜ ਚਲਾ ਗਿਆ, ਖਤਮ ਹੋ ਗਿਆ ਸਾਰਾ ਕੁਝ। ਹੁਣ ਕੀ ਵਾਪਰਦਾ ਪਿਆ ਹੈ? ਸਤਿਗੁਰੂ ਜੀ ਦਾ ਬਾਣੀ ਦਾ ਬਚਨ ਵੈਸੇ ਤੇ ਇਹ ਦੂਸਰੇ ਪਾਸੇ ਤੋਂ ਹੈ, ਅਧਿਆਤਮ ਦੇ ਇਹਦੇ ਅਰਥ ਕੁਝ ਹੋਰ ਨੇ, ਪਰ ਮਹਾਰਾਜ ਕਹਿੰਦੇ ਜਿਸੀ ਕੀ ਸਰਕਾਰ ਹੈ ਤਿਸੀ ਕਾ ਸਭ ਕੋਏ ਵਾਲੀ ਗੱਲ ਹੈ। ਬਸ ਜਿਹਦੀ ਸਰਕਾਰ ਹੋ ਜਾਂਦੀ ਹੈ ਉਹਦਾ ਆਪਣੇ ਆਪ ਹੀ ਸਾਰਾ ਕੁਝ ਕਾਨੂੰਨ ਬਣ ਜਾਂਦਾ ਹੈ। ਫਿਰ ਉਹ ਜਿਹੜਾ ਕਾਨੂੰਨ ਬਣ ਗਿਆ ਉਹ ਲੋਕਾਂ ਨੂੰ ਮੰਨਣਾ ਹੀ ਪੈਣਾ ਹੈ, ਕਿਉਂਕਿ ਉਹ ਨਹੀਂ ਮੰਨਾਂਗੇ ਤਾਂ ਉਹਦੇ ਪਿੱਛੇ ਸਜ਼ਾ ਹੈ, ਉਹਦੇ ਪਿੱਛੇ ਬਹੁਤ ਕੁਝ ਹੈ। ਹੁਣ ਸਤਿਗੁਰੂ ਕੀ ਕਹਿੰਦੇ ਨੇ ਵੀ ਧਾਰਮਿਕ ਜ਼ਿੰਦਗੀ ਦੇ ਵਿੱਚ ਇੱਕ ਤੇ ਲੋਕ ਉਹ ਨੇ ਜਿਨ੍ਹਾਂ ਲਈ ਬਸ ਧਾਰਮਿਕ ਜ਼ਿੰਦਗੀ ਮੌਜ ਮੇਲਾ ਹੀ ਹੈ, ਜਿਹੜੇ ਪਿਛਲੇ ਸ਼ਲੋਕ ਦੇ ਵਿੱਚ ਪੜ੍ਹ ਕੇ ਆਏ। ਪਰ ਕਹਿੰਦੇ ਨੇ ਇੱਕ ਲੋਕ ਉਹ ਨੇ ਜਿਹੜੇ ਆਪਣੇ ਆਪਣੇ ਧਾਰਮਿਕ ਕਰਮ ਕਰਦੇ ਨੇ ਤੇ ਫਿਰ ਉਹਨਾਂ ਨੂੰ ਇੰਝ ਲੱਗਣ ਲੱਗ ਪੈਂਦਾ ਹੈ ਵੀ ਕਰਮ ਸਾਡੇ ਹੀ ਵਧੀਆ ਨੇ, ਬਾਕੀਆਂ ਦੇ ਕਰਮ ਬਹੁਤੇ ਵਧੀਆ ਨਹੀਂ ਨੇ, ਜੋ ਅਸੀਂ ਕਰਦੇ ਪਏ ਹਾਂ ਇਹ ਜ਼ਿਆਦਾ ਬੈਟਰ ਹੈ। ਇਹ ਤਾਂ ਇੱਦਾਂ ਦੀ ਗੱਲ ਹੈ ਵੀ ਇੱਕ ਸਕੂਲ ਦੇ ਵਿੱਚ ਪੜ੍ਹਨ ਵਾਲਾ ਦੂਜੇ ਨੂੰ ਕਹੀ ਜਾਵੇ ਵੀ ਪੜ੍ਹਦਾ ਤੇ ਮੈਂ ਹੀ ਹਾਂ, ਬਾਕੀ ਤਾਂ ਐਵੇਂ ਟਾਈਮ ਪਾਸ ਹੀ ਕਰਨ ਜਾਂਦੇ ਨੇ। ਸਕੂਲ ਸਾਰੇ ਆਪਣੀ ਥਾਂ 'ਤੇ ਨੇ। ਮੰਦਿਰ ਕੀ ਹੈ? ਸਕੂਲ ਹੈ। ਗੁਰਦੁਆਰਾ ਕੀ ਹੈ? ਸਕੂਲ ਹੈ। ਇਹ ਤਾਂ ਸੀ ਵੀ ਇੱਥੇ ਪੜ੍ਹ ਕੇ ਕਿਸੇ ਅੱਗੇ ਪਾਸੇ ਲੱਗਣਾ ਸੀ, ਸਾਡੇ ਸਕੂਲਾਂ ਤੋਂ ਹੀ ਲੜੀ ਜਾਂਦੇ ਨੇ। ਤੁਸੀਂ ਸੌਖਾ ਜਿਹਾ ਗੱਲ ਕਹਿ ਕੇ ਤੇ ਮੈਂ ਸਲੋਕ ਦੀ ਵਿਚਾਰ ਸ਼ੁਰੂ ਕਰਾਂਗਾ। ਕਿੰਨੀਆਂ ਥਾਵਾਂ ਦੇ ਉੱਤੇ ਇੱਦਾਂ ਦੀਆਂ ਘਟਨਾ ਹੋ ਜਾਂਦੀਆਂ ਨੇ। ਕੋਈ ਰੱਬ ਦੇ ਨਾਂ ਦੇ ਉੱਤੇ ਬੰਦੇ ਕੁੱਟੀ ਜਾਂਦਾ ਵੀ ਆਹ ਅੱਖਰ ਬੋਲੋ, ਜੇ ਨਹੀਂ ਬੋਲੋਗੇ ਤਾਂ ਤੁਹਾਨੂੰ ਕੁੱਟਿਆ ਜਾਵੇਗਾ। ਕਿੱਦਾਂ ਮਾਰਿਆ ਜਾਂਦਾ ਨਾ, ਤੁਸੀਂ ਵੇਖਿਆ ਹੋਵੇਗਾ ਸਾਰਾ ਕੁਝ। ਜੇ ਬੋਲ ਵੀ ਲਵੇਗਾ ਤਾਂ ਕੀ ਹੋਵੇਗਾ? ਜਿਹਦਾ ਦਿਲ ਹੀ ਨਹੀਂ ਵਾਹਿਗੁਰੂ ਕਹਿ ਰਿਹਾ, ਉਹਨੂੰ ਜ਼ੁਬਾਨ ਤੋਂ ਜਿੰਨਾ ਮਰਜ਼ੀ ਕਢਵਾਈ ਜਾਓ, ਕੀ ਹੋਵੇਗਾ? ਕੋਈ ਫਰਕ ਨਹੀਂ ਪੈਂਦਾ। ਕਹਿ ਵੀ ਦੇਵੇਗਾ, ਡਰ ਕੇ ਕਹਿ ਦੇਵੇਗਾ। ਜਾਨ ਕਿਹਨੂੰ ਨਹੀਂ ਪਿਆਰੀ ਹੁੰਦੀ? ਜਾਨ ਸਾਰਿਆਂ ਨੂੰ ਪਿਆਰੀ। ਉਹਨੇ ਡਰ ਕੇ ਕਹਿ ਵੀ ਦਿੱਤਾ ਵੀ ਚਲੋ ਘਰ ਪਰਿਵਾਰ ਪਾਲਣਾ ਹੈ, ਜੇ ਦੋ ਬੋਲ ਵੀ ਦੇਵਾਂਗਾ ਤਾਂ ਕੋਈ ਫਰਕ ਨਹੀਂ ਪੈਂਦਾ। ਪਰ ਜਿਹੜਾ ਬੁਲਵਾ ਰਿਹਾ ਉਹਨੂੰ ਤਾਂ ਲੱਗਦਾ ਵੀ ਮੈਂ ਤੇ ਪਤਾ ਨਹੀਂ ਕਿੱਡੇ ਕਮਾਲ ਦਾ ਰੱਬ ਦੇ ਨਾਂ 'ਤੇ ਕਰਮ ਕਰ ਦਿੱਤਾ ਨਾ। ਇੱਦਾਂ ਹੀ ਬਲੀ ਦੇਣ ਵਾਲਿਆਂ ਦੀ ਉਹਨਾਂ ਨੂੰ ਲੱਗਦਾ ਵੀ ਜਿਹੜੇ ਕਰਮ ਮੈਂ ਕਰਦਾ ਹਾਂ ਇੱਦਾਂ ਦੇ ਕਰਮ ਤਾਂ ਦੁਨੀਆ ਕਰ ਹੀ ਨਹੀਂ ਸਕਦੀ। ਕਿੱਡਾ ਸੌਖਾ ਕਰਮ ਹੈ ਨਾ ਉਹ। ਇੱਕ ਬੱਕਰੇ ਦੇ ਬਰਾਬਰੀ ਦੇ ਉੱਤੇ ਰੱਬ ਖਰੀਦ ਲੈਣਾ ਵੀ ਇੱਕ ਜਾਨਵਰ ਮਾਰੋ, ਉਹਨੂੰ ਕਿਸੇ ਧਾਰਮਿਕ ਸਥਾਨ 'ਤੇ ਚੜਾਓ ਅਤੇ ਉਹਦੇ ਬਦਲੇ ਦੇ ਵਿੱਚ ਰੱਬ ਤੁਹਾਡੇ ਆਖੇ ਲੱਗਣ ਲੱਗ ਪਵੇਗਾ। ਕਿਆ ਕਮਾਲ ਦੀਆਂ ਗੱਲਾਂ ਹੋਈਆਂ ਪਈਆਂ ਨੇ ਧਾਰਮਿਕ ਜ਼ਿੰਦਗੀ ਦੇ ਵਿੱਚ। ਪਰ ਜਿਹੜੇ ਕਰਦੇ ਪਏ ਨੇ ਉਹਨਾਂ ਨੂੰ ਪੁੱਛ ਕੇ ਵੇਖੋ, ਕਹਿੰਦੇ ਜੋ ਅਸੀਂ ਕਰਦੇ ਪਏ ਹਾਂ ਸਾਡਾ ਸਹੀ ਹੈ, ਸਾਨੂੰ ਇਹਦੇ ਨਾਲ ਕੋਈ ਮਸਲਾ ਨਹੀਂ। ਇੱਥੇ ਗੁਰੂ ਸਾਹਿਬ ਨੇ ਨਾ ਇੱਕ ਗੱਲ ਕਾਮਨ ਕਹੀ ਹੈ। ਹਜ਼ੂਰ ਕਹਿੰਦੇ ਨੇ ਤੁਸੀਂ ਮੁਸਲਮਾਨਾਂ ਵੱਲ ਵੇਖ ਲਓ। ਸਾਰਿਆਂ ਦੀ ਗੱਲ ਇਹਦੇ ਵਿੱਚ ਹੀ ਆਵੇਗੀ। ਮਹਾਰਾਜ ਕਹਿੰਦੇ ਕੀ ਹੁੰਦਾ ਹੈ? ਮੁਸਲਮਾਨਾਂ ਸਿਫਤ ਸ਼ਰੀਅਤ ਪੜ੍ਹ ਪੜ੍ਹ ਕਰਹਿ ਵਿਚਾਰ। ਸ਼ਰਾ ਤੇ ਸ਼ਰੀਅਤ ਮੁਸਲਮਾਨਾਂ ਦਾ ਉਹ ਲਾ ਹੈ, ਉਹ ਕਾਨੂੰਨ ਹੈ ਜਿਹਨੂੰ ਇਹ ਪੈਗੰਬਰ ਦੇ ਬੋਲਾਂ ਦੇ ਵਿੱਚੋਂ ਨਿਕਲਿਆ ਮੰਨਦੇ ਨੇ। ਮਤਲਬ ਧਾਰਮਿਕ ਜ਼ਿੰਦਗੀ ਕਿਵੇਂ ਜੀਣੀ ਹੈ, ਮੁਸਲਮਾਨ ਦੀ ਡੇਲੀ ਰੂਟੀਨ ਕੀ ਹੈ, ਉਹਨੇ ਸਮਾਜਿਕ ਕਰਮ ਕਿਵੇਂ ਕਰਨੇ ਨੇ, ਉਹਨੇ ਜ਼ਿੰਦਗੀ ਕਿਵੇਂ ਜੀਣੀ ਹੈ, ਉਹਦੇ ਵਿੱਚ ਰਹਿਣਾ, ਇੱਕ ਜ਼ਾਬਤੇ ਦੇ ਵਿੱਚ ਰਹਿਣਾ, ਇੱਕ ਰੂਲ ਨੂੰ ਫੋਲੋ ਕਰਕੇ ਤੁਰਨਾ, ਉਹਨੂੰ ਕੀ ਕਿਹਾ ਜਾਂਦਾ ਹੈ? ਉਹ ਕਹਿੰਦੇ ਨੇ ਇਹ ਮੁਸਲਮਾਨ ਸ਼ਰ੍ਹਾ ਦੇ ਵਿੱਚ ਤੁਰਦਾ ਹੈ। ਔਰ ਉਹਨਾਂ ਦੀਆਂ ਜਿੱਦਾਂ ਸਾਡੇ ਵਿੱਚ 5 ਖੰਡ ਨੇ, ਭਾਵੇਂ ਕਿ ਉਹਨਾਂ ਦੇ ਅਰਥ ਕੁਝ ਹੋਰ ਨੇ, ਇੱਦਾਂ ਇਸਲਾਮ ਦੇ ਵਿੱਚ ਖਾਸ ਕਰਕੇ ਸੂਫੀ ਫਿਰਕਿਆਂ ਦੇ ਵਿੱਚ ਨਾ 4 ਸਟੈਪ ਆਉਂਦੇ ਨੇ। ਉਹਨਾਂ ਦੇ ਵਿੱਚ ਪਹਿਲੀ ਹੈ ਸ਼ਰੀਅਤ, ਦੂਸਰੀ ਹੈ ਤਰੀਕਤ, ਫਿਰ ਹੈ ਮਾਰਫਤ ਅਤੇ ਫਿਰ ਹੈ ਹਕੀਕਤ। ਪਹੁੰਚਣਾ ਉਹਨਾਂ ਨੇ ਹਕੀਕਤ ਤੱਕ ਹੈ। ਪਰ ਕੋਈ ਬੰਦਾ ਇੱਦਾਂ ਦਾ ਹੈ ਜਿਹੜਾ ਸ਼ਰ੍ਹਾ ਤੋਂ ਹੀ ਲੜੀ ਜਾਂਦਾ ਹੈ। ਉਹਨਾਂ ਦੇ ਵਿੱਚ ਵੀ ਝਗੜੇ ਸਾਰੇ ਸ਼ਰ੍ਹਾ ਦੇ ਬਹੁਤੇ ਨੇ। ਉਹਨਾਂ ਨੂੰ ਇੱਕ ਫਿਰਕੇ ਦੇ ਕਰਮ ਦੂਸਰੇ ਨਾਲ ਨਹੀਂ ਮਿਲਦੇ ਅਤੇ ਉਹਨਾਂ ਦੇ ਵਿੱਚ ਵੀ ਜਿੱਥੇ ਜੀ ਗਿਣਤੀ ਘੱਟ ਹੈ ਉੱਥੇ ਇੱਕ ਦੂਸਰੇ ਦੇ ਨਾਲ ਉਹਨਾਂ ਦਾ ਕੋਈ ਨਾ ਕੋਈ ਖੜਕਾ ਦੜਕਾ ਹੋਇਆ ਹੀ ਰਹਿੰਦਾ ਲਗਭਗ। ਮਹਾਰਾਜ ਕਹਿੰਦੇ ਨੇ ਮੁਸਲਮਾਨਾਂ ਨੂੰ ਤੁਸੀਂ ਪੁੱਛ ਲਓ ਉਹ ਕੀ ਕਰਦੇ ਨੇ। ਮੁਸਲਮਾਨਾਂ ਸਿਫਤ ਸ਼ਰੀਅਤ, ਉਹ ਸ਼ਰ੍ਹਾ ਦੀ ਬੜੀ ਸਿਫਤ ਕਰਦੇ ਨੇ
ਕਿਸੇ ਵੀ ਇਸਲਾਮ ਵਾਲੇ ਦੇ ਲਾਗੇ ਬੈਠ ਜਾਓ, ਜਿਹੜਾ ਆਪ ਸ਼ਰਅ ਦੇ ਵਿੱਚ ਚੱਲਦਾ ਪਿਆ ਹੈ, ਨਮਾਜ਼ਾਂ ਪੜ੍ਹਦਾ ਪਿਆ ਹੈ, ਉਸ ਤਰੀਕੇ ਦੀ ਜ਼ਿੰਦਗੀ ਜੀਂਦਾ ਪਿਆ ਹੈ, ਮਹਾਰਾਜ ਕਹਿੰਦੇ ਉਹਦੀ ਬੜੀ ਸਿਫਤ ਕਰਨਗੇ। ਪੜ੍ਹ ਪੜ੍ਹ ਕरें ਵਿਚਾਰ, ਵਾਰ-ਵਾਰ ਉਸ ਸ਼ਰਅ ਨੂੰ ਪੜ੍ਹਦੇ ਨੇ, ਵਾਰ-ਵਾਰ ਸ਼ਰਅ ਨੂੰ ਪੜ੍ਹਦੇ ਨੇ ਵੀ ਕੋਈ ਕਰਮ ਸ਼ਰਅ ਤੋਂ ਬਾਹਰ ਤਾਂ ਨਹੀਂ ਰਹਿ ਗਿਆ। ਜਿੱਦਾਂ ਉਹਨਾਂ ਦੇ ਵਿੱਚ ਰੋਜ਼ੇ ਆ ਜਾਂਦੇ ਨੇ, ਵੇਖੋ ਕਿੰਨੇ ਮੁਸਲਮਾਨ ਰੱਖਦੇ ਨੇ ਰੋਜ਼ੇ। ਜੇ ਉਹਨਾਂ ਦੇ ਵਿੱਚ ਕੋਈ ਹੋਰ ਦਿਨ ਆ ਗਏ, ਕਿੱਦਾਂ ਸਾਰੇ ਮਨਾਉਂਦੇ ਪਏ ਨੇ, ਕਿਉਂ? ਇਹ ਸ਼ਰਅ ਦੇ ਵਿੱਚ ਨੇ, ਇਹ ਨਿਯਮ ਨੇ। ਸਾਰੀ ਦੁਨੀਆ ਨਿਯਮ 'ਚ ਚੱਲਦੀ ਹੈ, ਇਕੱਲੇ ਧਾਰਮਿਕ ਜ਼ਿੰਦਗੀ ਦੇ ਵਿੱਚ ਨਹੀਂ। ਅਸੀਂ ਸੜਕ 'ਤੇ ਵੀ ਚੱਲ ਕੇ ਆਏ ਹਾਂ ਅਤੇ ਇੱਕ ਨਿਯਮ 'ਚ ਚੱਲ ਕੇ ਆਏ ਹਾਂ। ਇਹ ਨਹੀਂ ਵੀ ਅੱਧੇ ਸੱਜੇ ਹੱਥ ਚੱਲਦੇ ਪਏ ਸੀ ਅਤੇ ਅੱਧੇ ਖੱਬੇ ਹੱਥ ਚੱਲਦੇ ਪਏ ਸੀ। ਸਾਰੇ ਜਾਣੇ ਚੱਲ ਕੇ ਆਏ ਹਾਂ, ਖੱਬੇ ਹੱਥ ਚੱਲ ਕੇ ਆਏ ਹਾਂ। ਨਿਯਮ ਹੈ, ਨਿਯਮ ਜ਼ਰੂਰੀ ਨੇ। ਇੱਥੇ ਮਹਾਰਾਜ ਇਹਨਾਂ ਨੂੰ ਕੰਡੈਮ ਨਹੀਂ ਕਰਦੇ ਪਏ, ਪਰ ਸਤਿਗੁਰੂ ਕੀ ਕਹਿੰਦੇ ਨੇ? ਕਹਿੰਦੇ ਤੁਸੀਂ ਮੁਸਲਮਾਨ ਦੇ ਲਾਗੇ ਬੈਠ ਜਾਓ, ਉਹ ਸ਼ਰਅ ਦੀ ਤਾਰੀਫ ਕਰੇਗਾ ਵੀ ਜੋ ਸ਼ਰਅ ਦੇ ਵਿੱਚ ਹੈ ਉਹ ਹੋਰ ਕਿਤੇ ਹੈ ਹੀ ਨਹੀਂ। ਜੋ ਸ਼ਰਅ ਕਹਿੰਦੀ ਹੈ ਉਹ ਹੋਰ ਕਿਤੇ ਹੈ ਹੀ ਨਹੀਂ। ਕੀ ਹੈ? ਮੁਸਲਮਾਨਾ ਸਿਫਤ ਸ਼ਰੀਅਤ ਪੜ੍ਹ ਪੜ੍ਹ ਕਰਹਿ ਵਿਚਾਰ, ਬੰਦੇ ਸੇ ਜੇ ਪਵਹਿ ਵਿੱਚ ਬੰਦੀ, ਵੇਖਣ ਕੋ ਦੀਦਾਰ। ਉਹ ਕਹਿੰਦੇ ਨੇ ਬੰਦੇ ਹੈ ਹੀ ਉਹ ਨੇ ਜਿਹੜੇ ਇਸ ਸ਼ਰਅ ਦੀ ਪਾਲਣਾ ਕਰਦੇ ਨੇ। ਬੰਦੇ ਹੈ ਹੀ ਉਹ ਨੇ ਜਿਹੜੇ ਇਸ ਨਿਯਮ ਦੇ ਅਧੀਨ ਹੋ ਕੇ ਚੱਲਦੇ ਨੇ। ਕਾਹਦੇ ਲਈ? ਜੇ ਉਹਨਾਂ ਦੇ ਅੰਦਰ ਤਾਂਘ ਹੈ ਵੀ ਰੱਬ ਦਾ ਦਰਸ਼ਨ ਕਰਨਾ ਹੈ, ਰੱਬ ਨੂੰ ਮਿਲਣਾ ਹੈ, ਅਤੇ ਉਹ ਜਿਹੜੇ ਬੰਦੇ ਸ਼ਰਅ ਦੇ ਰਸਤੇ ਦੇ ਉੱਤੇ ਚੱਲਦੇ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮੁਸਲਮਾਨ ਉਹਦੀ ਬੜੀ ਤਾਰੀਫ ਕਰਦੇ ਨੇ। ਔਰ ਉਹਨਾਂ ਦੇ ਵਿੱਚ ਉਹ ਬੰਦੇ ਨੂੰ ਮਾਣ ਵੀ ਬੜਾ ਮਿਲਦਾ ਵੀ ਜਿਹੜਾ ਇਹ ਬੰਦਾ ਬੜਾ ਸ਼ਰਈ ਹੈ। ਹਾਂ, ਸੂਫੀ ਥੋੜ੍ਹੇ ਜਿਹੇ ਅਗਲੇ ਵੱਖਰੇ ਖਿਆਲਾਂ ਵਾਲੇ ਨੇ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਸ਼ਰਅ ਸ਼ਰੀਅਤ ਲੇ ਕਮਾਵਹੁ, ਤਰੀਕਤ ਤਰਕ ਖੋਜ ਟੋਲਾਵਹੁ, ਮਾਰਫਤ ਮਨ ਮਾਰੋ ਅਬਦਾਲਾ, ਮਿਲੋ ਹਕੀਕਤ ਜਿਤ ਫਿਰ ਨਾ ਮਰਾ। ਗੁਰੂ ਸਾਹਿਬ ਨੇ ਇੱਕੋ ਹੀ ਜਿਹੜਾ ਹੈ ਸੋਲ ਹੈ, ਉਹਦੇ ਵਿੱਚ ਉਹ ਚਾਰੇ ਦੀਆਂ ਗੱਲਾਂ ਕਰ ਦਿੱਤੀਆਂ ਨੇ ਵੀ ਪਹੁੰਚਣਾ ਤੁਸੀਂ ਹਕੀਕਤ ਦੇ ਉੱਤੇ ਹੈ, ਪਹੁੰਚਣਾ ਤੁਸੀਂ ਸੱਚ ਤੱਕ ਹੈ, ਪਰ ਤੁਸੀਂ ਰੂਲਾਂ ਤੋਂ ਹੀ ਲੜੀ ਜਾਂਦੇ ਜੇ। ਜਿੱਦਾਂ ਸਾਡੇ ਦੇਸ਼ ਦੇ ਕੁਝ ਨਿਯਮ ਹੋਰ ਨੇ ਵੀ ਅਕਸਰ ਅਸੀਂ ਜਿਹੜੇ ਚੱਲਦੇ ਹਾਂ ਖੱਬੇ ਚੱਲਦੇ ਪਏ ਹਾਂ, ਸਾਡੀਆਂ ਗੱਡੀਆਂ ਦੇ ਸਟੀਅਰਿੰਗ ਜਿਹੜੇ ਨੇ ਉਹ ਜਿਹੜੇ ਸਾਰੇ ਖੱਬੇ ਹੱਥ ਦੇ ਵਿੱਚ ਨੇ, ਪਰ ਤੁਸੀਂ ਵੈਸਟ ਦੇ ਵਿੱਚ ਜਾ ਕੇ ਵੇਖ ਲਓ ਤੇ ਉਲਟ ਹੈ ਸਾਰਾ ਕੁਝ। ਉੱਥੇ ਸੱਜਾ ਚੱਲਦਾ ਪਿਆ ਹੈ ਸਾਰਾ ਕੁਝ। ਉੱਥੇ ਸਟੀਅਰਿੰਗ ਵੀ ਜਿਹੜੇ ਵੇਖੋ ਤੁਸੀਂ, ਸਾਡੇ ਗੱਡੀਆਂ ਦੇ ਸੱਜੇ ਪਾਸੇ ਸਟੀਅਰਿੰਗ, ਉਹਨਾਂ ਦੇ ਖੱਬੇ ਹੱਥ ਸਟੀਅਰਿੰਗ। ਕਹਿਣ ਦਾ ਮਤਲਬ ਕੀ ਆ ਵੀ ਇੱਕ ਦੇਸ਼ ਦੇ ਨਿਯਮ ਕੁਝ ਹੋਰ, ਦੂਸਰੇ ਦੇ ਨਿਯਮ ਕੁਝ ਹੋਰ। ਇੱਦਾਂ ਇੱਕ ਧਰਮ ਦੇ ਨਿਯਮ ਕੁਝ ਹੋਰ ਹੋ ਜਾਂਦੇ ਨੇ, ਦੂਸਰੇ ਦੇ ਨਿਯਮ ਕੁਝ ਹੋਰ ਹੋ ਜਾਂਦੇ ਨੇ। ਪਰ ਮੈਨੂੰ ਲੱਗਣ ਲੱਗੇ ਮੇਰੇ ਨਿਯਮ ਸਹੀ ਨੇ, ਦੂਸਰਿਆਂ ਦੇ ਸਾਰੇ ਗਲਤ ਨੇ। ਇਹ ਤਾਂ ਇੱਦਾਂ ਦੀ ਗੱਲ ਹੋ ਜਾਂਦੀ ਹੈ ਵੀ ਮੈਂ ਕਹਾਂ ਮੈਂ ਹੀ ਦੁਨੀਆ 'ਤੇ ਸਹੀ ਰਹਿ ਗਿਆ, ਬਾਕੀ ਸਾਰੇ ਗਲਤ ਤੁਰੇ ਫਿਰਦੇ ਨੇ। ਬੰਦੇ ਸੇ ਜੇ ਪਵਹਿ ਵਿੱਚ ਬੰਦੀ, ਵੇਖਣ ਕੋ ਦੀਦਾਰ। ਮੁਸਲਮਾਨ ਕਹਿੰਦੇ ਨੇ ਬੰਦੇ ਉਹੀ ਕਮਾਲ ਦੇ ਨੇ ਜਿਹੜੇ ਸ਼ਰਅ ਦੇ ਵਿੱਚ ਚੱਲਦੇ ਨੇ। ਇਹ ਮੁਸਲਮਾਨਾਂ ਦੀ ਗੱਲ ਹੋ ਗਈ। ਹੁਣ ਸਤਿਗੁਰੂ ਕਹਿੰਦੇ ਦੂਸਰੀ ਗੱਲ ਵੇਖ ਲਓ, ਹਿੰਦੂ ਸਾਲਾਹੀ ਸਾਲਾਹਨ, ਦਰਸ਼ਨ ਰੂਪ ਅਪਾਰ। ਜਿਹੜੇ ਹਿੰਦੂ ਧਰਮ ਵਾਲੇ ਨੇ, ਮੈਂ ਫਿਰ ਕਹਿ ਦੇਵਾਂ ਇੱਥੇ ਫਰਕ ਹੈ। ਸਾਡਾ ਇੱਥੇ ਮੱਥਾ ਟੇਕਣਾ, ਸਾਡੇ ਕਰਮ ਕੁਝ ਹੋਰ ਨੇ। ਤੁਸੀਂ ਮੰਦਿਰ ਦੇ ਵਿੱਚ ਜਾਓਗੇ, ਕਰਮਾਂ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਮਸਜਿਦ ਦੇ ਵਿੱਚ ਚਲੇ ਜਾਓਗੇ ਤਾਂ ਇਹਦੇ ਤੋਂ ਵੀ ਬੜਾ ਫਰਕ ਹੈ। ਉੱਥੇ ਕੁਝ ਹੈ ਹੀ ਨਹੀਂ ਅੱਗੇ। ਤੁਸੀਂ ਮੰਦਿਰ ਜਾਓਗੇ ਤੁਹਾਨੂੰ ਅੱਗੇ ਮੂਰਤੀ ਨਜ਼ਰ ਆ ਜਾਵੇਗੀ, ਇੱਥੇ ਆਓਗੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਜ਼ਰ ਆ ਜਾਵੇਗਾ। ਮਸਜਿਦ ਜਾਓ ਖਾਲੀ ਹੈ, ਕੁਝ ਨਹੀਂ ਹੈ ਉੱਥੇ। ਉਹ ਖਾਸ ਦਿਨ ਉੱਥੇ ਬੈਠਦੇ ਨੇ, ਦਾਤਾਰ ਕਿਰਪਾ ਕਰਦੇ ਨੇ। ਜਿੱਦਾਂ ਮੁਸਲਮਾਨ ਸ਼ਰਅ ਦੀ ਤਾਰੀਫ ਕਰਦੇ ਨੇ, ਕਹਿੰਦੇ ਹਿੰਦੂ ਦੇ ਲਾਗੇ ਬੈਠ ਜਾਓ, ਪੰਡਿਤ ਦੇ ਲਾਗੇ ਬੈਠ ਜਾਓ। ਉਹ ਕੀ ਕਰੇਗਾ? ਹਿੰਦੂ ਸਾਲਾਹੀ ਸਾਲਾਹਨ, ਦਰਸ਼ਨ ਰੂਪ ਅਪਾਰ। ਜਿਸ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਬੜਾ ਅਪਾਰ ਹੈ, ਜਿਹਦੀ ਮਹਿਮਾ ਬੜੀ ਕਮਾਲ ਦੀ ਹੈ, ਮਤਲਬ ਜਿਹੜਾ ਰੱਬ ਬੜੇ ਕਮਾਲ ਦਾ ਹੈ। ਹਜ਼ੂਰ ਕਹਿੰਦੇ ਨੇ ਹਿੰਦੂ ਉਸ ਅਕਾਲ ਪੁਰਖ ਨੂੰ ਸਲਾਹੁੰਦੇ ਨੇ। ਹੁਣ ਹਿੰਦੂ ਜਿਹੜੇ ਨੇ ਉਹ ਉਸ ਰੱਬ ਦੀ ਤਾਰੀਫ ਕਰਦੇ ਨੇ, ਮਤਲਬ ਰੱਬ ਦੀ ਗੱਲ ਤੇ ਉਹ ਵੀ ਕਰਦੇ ਨੇ, ਪਰ ਕਰਦੇ ਕਿਵੇਂ ਨੇ? ਤੀਰਥ ਨਾਵੇਂ ਅਰਚਾ ਪੂਜਾ, ਅਗਰਵਾਸ ਬਹਿਕਾਰ। ਉਹ ਤੀਰਥਾਂ 'ਤੇ ਨਹਾਉਣ ਨੂੰ ਮੰਨਦੇ ਨੇ ਵੀ ਸ਼ਾਇਦ ਰੱਬ ਇੱਦਾਂ ਖੁਸ਼ ਹੋ ਰਿਹਾ ਹੈ। ਉਹਨਾਂ ਦੀ ਜ਼ਿੰਦਗੀ ਦਾ, ਜਿੱਦਾਂ ਮੁਸਲਮਾਨਾਂ ਦੀ ਜ਼ਿੰਦਗੀ ਦਾ ਇੱਕ ਰੂਲ ਹੈ ਵੀ ਸ਼ਰਅ ਦੇ ਵਿੱਚ ਚੱਲਣਾ ਹੈ, ਇੱਦਾਂ ਹਿੰਦੂਆਂ ਦੀ ਸ਼ਰਅ ਕਹਿ ਲਓ ਜਾਂ ਇਹਨਾਂ ਦੀ ਜ਼ਿੰਦਗੀ ਦਾ ਇੱਕ ਰੂਲ ਕਹਿ ਲਓ ਵੀ ਇਹ ਰੂਲ ਹੈ ਵੀ ਜ਼ਿੰਦਗੀ ਦੇ ਵਿੱਚ ਇੱਕ ਵਾਰ ਤੇ ਘੱਟੋ ਘੱਟ 88 ਤੀਰਥਾਂ ਦੇ ਉੱਤੇ ਇਸ਼ਨਾਨ ਕਰਨਾ ਹੀ ਹੈ। ਜੇ 88 ਤੇ ਨਹੀਂ ਤੇ ਘੱਟੋ ਘੱਟ ਜਿਹੜੇ ਹੁਣ ਮੇਨ ਰਹਿ ਗਏ ਨੇ ਉਹਨਾਂ ਤੀਰਥਾਂ ਦੇ ਉੱਤੇ ਜਾ ਕੇ ਇਸ਼ਨਾਨ ਕਰਨਾ ਇੱਕ ਹਿੰਦੂ ਦਾ ਪਰਮ ਧਰਮ ਮੰਨ ਲਿਆ ਜਾਂਦਾ ਹੈ। ਔਰ ਉਹ ਜਿਹੜੇ ਬੰਦੇ ਨੇ ਇਸ਼ਨਾਨ ਕੀਤਾ ਹੋਵੇ, 68 ਤੀਰਥ 68 ਤੀਰਥ ਗੁਰਬਾਣੀ ਦੇ ਵਿੱਚ ਵੀ ਕਈ ਵਾਰ ਸ਼ਬਦ ਆਵੇਗਾ।
ਕਿਉਂਕਿ ਉਹਨਾਂ ਨੂੰ ਸ਼ਾਸਤਰਾਂ ਦੇ ਵਿੱਚ ਸਿੱਖਿਆ ਇਸ ਗੱਲ ਦੀ ਮਿਲੀ ਹੋਈ ਹੈ ਵੀ ਫਲਾਣੇ ਤੀਰਥ ਅਸਥਾਨ ਦੇ ਉੱਤੇ ਜਾ ਕੇ ਤੁਸੀਂ ਇਸ਼ਨਾਨ ਕਰਨਾ ਹੈ। ਜਿੱਦਾਂ ਮੁਸਲਮਾਨ ਨੂੰ ਸਿੱਖਿਆ ਮਿਲ ਗਈ ਵੀ ਤੁਸੀਂ ਸ਼ਰਅ 'ਚ ਚੱਲਣਾ ਹੈ, ਉਹਨੂੰ ਇਹ ਸਿੱਖਿਆ ਮਿਲ ਗਈ ਹੈ ਵੀ ਭਾਈ ਤੂੰ ਤੀਰਥ ਇਸ਼ਨਾਨ ਕਰਨੇ ਨੇ। ਤੇ ਹੁਣ ਜਿਹੜਾ ਕਰਦਾ ਪਿਆ ਹੈ ਉਹ ਮੰਨੇਗਾ ਵੀ ਮੈਂ ਗਲਤ ਹਾਂ। ਜੇ ਮੈਨੂੰ ਕੋਈ ਕਵੇ ਵੀ ਤੂੰ ਗਲਤ ਹੈ, ਮੈਂ ਕਿੱਥੇ ਮੰਨਦਾ, ਕਿਉਂਕਿ ਮੈਂ ਤਾਂ ਕਰਦਾ ਹਾਂ। ਅਤੇ ਕਰਨ ਵਾਲੇ ਬੰਦੇ ਨੂੰ ਗਲਤ ਲੱਗਦਾ ਹੀ ਨਹੀਂ ਕੁਝ। ਜਿਹੜਾ ਕਰਮਕਾਂਡੀ ਹੈ ਨਾ, ਉਹਨੂੰ ਕਦੀ ਵੀ ਨਹੀਂ ਲੱਗਦਾ ਵੀ ਮੈਂ ਗਲਤ ਹੋਵਾਂਗਾ। ਮਹਾਰਾਜ ਕਹਿੰਦੇ ਨੇ ਤੀਰਥ ਨਾਵੇਂ, ਉਹ ਤੀਰਥਾਂ 'ਤੇ ਨਹਾਉਂਦੇ ਨੇ। ਅਰਚਾ ਪੂਜਾ ਅਗਰਵਾਸ ਬਹਿਕਾਰ, ਉਹ ਆਪਣੇ ਤਰੀਕੇ ਨਾਲ ਪੂਜਾ ਕਰਦੇ ਨੇ, ਆਪਣੇ ਤਰੀਕੇ ਨਾਲ ਆਰਤੀ ਕਰਦੇ ਨੇ, ਆਪਣੇ ਤਰੀਕੇ ਦੇ ਨਾਲ ਵੇਖੋ ਉਹ ਕੀ ਕਰਦੇ ਨੇ, ਧੂਫ ਬੱਤੀਆਂ ਦਿਖਾਉਂਦੇ ਨੇ। ਮੈਂ ਫਿਰ ਕਹਿ ਦੇਵਾਂ, ਤੁਸੀਂ ਵੇਖੋ ਜਿੱਦਾਂ ਅਸੀਂ ਇੱਥੇ ਮੱਥਾ ਟੇਕਦੇ ਹਾਂ, ਇੱਥੇ ਸ਼ਾਇਦ ਹੀ ਹੈ ਵੀ ਕੋਈ, ਮੈਂ ਤਾਂ ਕਦੀ ਵੇਖਿਆ ਨਹੀਂ ਵੀ ਕੋਈ ਥਾਲੀ ਲੈ ਕੇ ਆਇਆ ਹੋਵੇ, ਪਰ ਤੁਸੀਂ ਉੱਥੇ ਵੇਖੋ ਜਿਹੜਾ ਵੀ ਲਗਭਗ ਮੱਥਾ ਟੇਕਣ ਜਾਂਦਾ ਆਪਣੀ ਲਈ ਥਾਲੀ ਲੈ ਕੇ ਜਾਂਦਾ, ਕੋਈ ਸਪੈਸ਼ਲ ਚੀਜ਼ਾਂ, ਜਿੱਦਾਂ ਵੀ ਉਹਨੇ ਜੋ ਵੀ ਕਰਨਾ ਹੈ। ਉਹ ਕੀ ਹੈ, ਉਹਦਾ ਉਹ ਵਿਧਾਨ ਹੈ। ਜਿੱਦਾਂ ਮੁਸਲਮਾਨਾਂ ਦਾ ਵਿਧਾਨ ਹੈ ਆਪਣੀ ਮਸਜਿਦ ਦੇ ਵਿੱਚ ਜਾਣ ਦਾ ਜਾਂ ਆਪਣੀ ਜ਼ਿੰਦਗੀ ਜੀਣ ਦਾ, ਇੱਦਾਂ ਹਿੰਦੂ ਦਾ ਵੀ ਇੱਕ ਵਿਧਾਨ ਹੈ। ਉਹ ਆਪਣੇ ਰੂਲ 'ਚ ਚੱਲਦਾ ਪਿਆ ਹੈ, ਇੱਕ ਦੂਸਰੇ ਨਾਲ ਮਿਲਦੇ ਨਹੀਂ ਪਏ ਦੋਵਾਂ ਦੇ। ਤੀਰਥ ਨਾਵੇਂ ਅਰਚਾ ਪੂਜਾ ਅਗਰਵਾਸ ਬਹਿਕਾਰ, ਉਹ ਕਹਿੰਦੇ ਨੇ ਵੀ ਤੀਰਥਾਂ 'ਤੇ ਨਹਾਉਣਾ ਕਮਾਲ ਦੀ ਗੱਲ ਹੈ। ਉਹ ਕਹਿੰਦੇ ਨੇ ਧੂਫਾਂ ਦਿਖਾਉਣੀਆਂ ਬੜੇ ਕਮਾਲ ਦੀ ਗੱਲ ਹੈ। ਕਿੰਨਾ ਧਿਆਨ ਹੈ ਉਹਦਾ ਪਵਿੱਤਰਤਾ ਦੇ ਵੱਲ ਇਸ ਪਾਸੇ ਤੋਂ। ਮੁਸਲਮਾਨਾਂ ਦੀ ਅਤੇ ਹਿੰਦੂਆਂ ਦੀ ਇਹ ਗੱਲ ਹੋ ਗਈ। ਅਤੇ ਮੈਂ ਇਹ ਵੀ ਕਹਿ ਦੇਵਾਂ, ਇਹ ਗੁਰੂ ਨਾਨਕ ਸਾਹਿਬ ਇਸ ਧਰਤੀ ਦੇ ਉੱਤੇ ਆਇਆ ਉਹ ਮਹਾਂਪੁਰਸ਼ ਹੈ ਜਿਹੜਾ ਹਿੰਦੂਆਂ ਅਤੇ ਮੁਸਲਮਾਨਾਂ ਦੀ ਬਰਾਬਰ ਗੱਲ ਕਰਦਾ ਹੈ। ਨਹੀਂ ਤਾਂ ਤੁਸੀਂ ਪਿੱਛੇ ਪੜ੍ਹ ਕੇ ਵੇਖ ਲਓ, ਕੋਈ ਬਰਾਬਰ ਦੀ ਗੱਲ ਨਹੀਂ ਕਰਦਾ। ਇੱਕੋ ਦੂਜੇ ਨੂੰ ਚੰਗਾ ਕਹੀ ਜਾਣ ਵਾਲੇ ਨੇ ਹੋਣਗੇ। ਇਹ ਨਹੀਂ ਕਹਿੰਦਾ ਵੀ ਸਾਰੇ ਇੱਕੋ ਜਿਹੇ ਹੁੰਦੇ ਨੇ, ਪਰ ਏਡੇ ਵੱਡੇ ਲੈਵਲ ਦੇ ਉੱਤੇ ਕਿਸੇ ਨੇ ਨਹੀਂ ਗੱਲ ਕੀਤੀ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਘਰ ਘਰ ਬਾਬਾ ਗਾਵੀਐ ਹਿੰਦੂ ਮੁਸਲਮਾਨ ਗਵਾਈ। ਏਸ਼ੀਆ ਦੇ ਵਿੱਚ ਇੱਕੋ ਇੱਕ ਪੈਗੰਬਰ, ਅਵਲ ਤੇ ਪੂਰੀ ਦੁਨੀਆ ਦਾ ਇੱਕੋ ਇੱਕ ਪੈਗੰਬਰ, ਇੱਕੋ ਇੱਕ ਸਤਿਗੁਰੂ ਇੱਦਾਂ ਦਾ ਹੈ ਜਿਹਦਾ ਹਿੰਦੂਆਂ ਅਤੇ ਮੁਸਲਮਾਨਾਂ ਦੋਵਾਂ ਦੇ ਵਿੱਚ ਬਰਾਬਰ ਦਾ ਸਤਿਕਾਰ ਹੈ। ਉਹਨੂੰ ਮੁਸਲਮਾਨ ਵੀ ਮੰਨਦੇ ਨੇ ਅਤੇ ਉਹਨੂੰ ਹਿੰਦੂ ਵੀ ਮੰਨਦੇ ਨੇ। ਤੁਸੀਂ ਹੋਰ ਕਿਸੇ ਨੂੰ ਫੜ ਕੇ ਵੇਖ ਲਓ ਵੀ ਉਹਨੂੰ ਉਹਨੇ ਉਸ ਲੈਵਲ ਦੇ ਉੱਤੇ ਮੰਨਿਆ ਜਾਂਦਾ ਹੋਵੇ। ਤੁਸੀਂ ਵੇਖਦੇ ਜੀ ਸਾਰਾ ਕੁਝ। ਹਜ਼ੂਰ ਕਹਿੰਦੇ ਨੇ, ਉਹ ਜਿੱਦਾਂ ਮੁਸਲਮਾਨ ਸ਼ਰਅ 'ਚ ਚੱਲਣ ਨੂੰ ਬੜਾ ਵਧੀਆ ਮੰਨਦੇ ਨੇ, ਇੱਦਾਂ ਜਿਹੜੇ ਹਿੰਦੂ ਨੇ ਨਾ, ਉਹ ਕੀ ਕਰਦੇ ਨੇ, ਉਹ ਨਹਾਉਣ ਨੂੰ, ਤੀਰਥਾਂ ਦੇ ਉੱਤੇ ਜਾਣ ਨੂੰ, ਅਗਰਬੱਤੀ ਕਰਨ ਨੂੰ, ਇਹਨਾਂ ਚੀਜ਼ਾਂ ਨੂੰ ਬੜਾ ਵਧੀਆ ਮੰਨਦੇ ਨੇ। ਹੁਣ ਤੀਸਰਾ ਜਿਹੜਾ ਫਿਰਕਾ ਆ ਗਿਆ, ਜੋਗੀ ਸੁਨ ਧਿਆਵਨ ਜੇਤੇ ਅਲੱਖ ਨਾਮ ਕਰਤਾਰ। ਆਹ ਜਿਹੜਾ ਤੀਸਰੇ ਹੁੰਦੇ ਨੇ ਨਾ ਜੋਗੀ, ਹੁਣ ਤਾਂ ਚਲੋ ਘਟ ਗਏ ਨੇ ਸਾਡੇ ਦੇਸ਼ ਦੇ ਵਿੱਚ। ਗੁਰੂ ਨਾਨਕ ਸਾਹਿਬ ਵਾਰੀ ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਮਹਾਰਾਜ ਨੇ ਜਿਹੜੇ 3 ਮੁੱਖ ਤੌਰ 'ਤੇ ਗਿਣੇ ਨੇ ਨਾ ਧਾਰਮਿਕ ਲੋਕ, ਉਹਨਾਂ ਦੇ ਵਿੱਚੋਂ ਜਿਹੜਾ ਕਾਜ਼ੀ ਹੈ, ਬ੍ਰਾਹਮਣ ਹੈ, ਅਤੇ ਤੀਸਰਾ ਜੋਗੀ ਹੈ। ਜੋਗੀ ਘਰ ਬਾਹਰ ਛੱਡ ਦਿੰਦੇ ਸੀ, ਤੁਸੀਂ ਵੀ ਇਸ ਗੱਲ ਨੂੰ ਵੇਖਿਆ। ਹਜ਼ੂਰ ਕਹਿੰਦੇ ਜੋਗੀ ਕੀ ਕਰਦੇ ਨੇ, ਜਿੱਦਾਂ ਕੁਝ ਮੁਸਲਮਾਨ ਕਰਦੇ ਨੇ, ਕੁਝ ਹਿੰਦੂ ਕਰਦੇ ਨੇ। ਰਿਪੀਟ ਹੋਵੇਗੀ ਗੱਲ ਵਾਰ-ਵਾਰ, ਇਹਨੂੰ ਮਾਫੀ ਚਾਹਾਂਗਾ, ਪਰ ਉਹ ਸਮਝ ਦੇ ਵਿੱਚ ਗੱਲ ਤਾਂ ਆਵੇਗੀ। ਜਿੱਦਾਂ ਹਿੰਦੂ ਅਤੇ ਮੁਸਲਮਾਨ ਆਪਣੇ ਆਪਣੇ ਕਰਮ ਕਰਦੇ ਨੇ, ਇੱਦਾਂ ਜੋਗੀ ਵੀ ਕਰਮ ਕਰਦੇ ਨੇ। ਉਹ ਕੀ ਕਰਦੇ ਨੇ, ਸੁਨ ਧਿਆਵਨ ਜੇਤੇ। ਜੋਗੀ ਸੁਨ ਧਿਆਵਨ ਜੇਤੇ। ਸੁਨ ਦਾ ਮਤਲਬ ਹੁੰਦਾ ਸ਼ੂਨਿਆ, ਜ਼ੀਰੋ। ਅਸੀਂ ਜਦੋਂ ਬੈਠਾਂਗੇ ਨਾ ਇੱਦਾਂ ਚੌਕੜੀ ਮਾਰ ਕੇ, ਕਿਤੇ ਅੱਖਾਂ ਬੰਦ ਕਰਕੇ ਬੈਠ ਗਏ, ਅਤੇ ਤੁਸੀਂ ਵੇਖਿਓ ਸਾਡੇ ਅੰਦਰੋਂ ਆਪਣੇ ਆਪ ਹੀ ਕਈ ਖਿਆਲ ਨਿਕਲਣੇ ਸ਼ੁਰੂ ਹੋ ਜਾਣੇ ਨੇ। ਆਪਣੇ ਆਪ ਹੀ ਮਨ ਨੇ ਸੋਚਣਾ ਸ਼ੁਰੂ ਕਰ ਦੇਣਾ ਕੁਝ। ਅਸੀਂ 2 ਸੈਕਿੰਡ ਲਈ ਚੁੱਪ ਕਰਕੇ ਨਹੀਂ ਬੈਠ ਸਕਦੇ, ਸਾਡੇ ਲਈ ਦਿੱਕਤ ਹੋ ਜਾਵੇਗੀ। ਫਿਰ ਉਹਦੇ ਲਈ ਕੀ ਕਰਨਾ ਪੈਂਦਾ, ਇੱਕ ਅੱਖਰ ਦੇ ਉੱਤੇ ਧਿਆਨ ਟਿਕਾਉਣਾ ਪੈਂਦਾ ਵੀ ਉਸ ਅੱਖਰ ਦੇ ਵੱਲ ਧਿਆਨ ਹੋ ਜਾਵੇ, ਸਾਡਾ ਮਨ ਨਾ ਦੌੜੇ। ਜੋਗੀ ਇਹ ਕੰਮ ਬੜੇ ਚਿਰ ਤੋਂ ਕਰਦੇ ਨੇ। ਉਹਨਾਂ ਨੇ ਇੱਕ ਸ਼ਬਦ ਮੰਨ ਲਿਆ, ਸ਼ਬਦ ਲਾ ਲਓ ਕਿ ਅਲੱਖ, ਅਤੇ ਬਸ ਅਲੱਖ ਸ਼ਬਦ ਲਗਾਤਾਰ ਚੱਲਦਾ ਪਿਆ ਉਹਨਾਂ ਦੇ ਅੰਦਰ। ਬੁਰਾ ਹੈ ਚੰਗਾ ਹੈ, ਇੱਥੇ ਇਹ ਮਸਲਾ ਨਹੀਂ ਹੈ ਵੀ ਮੈਂ ਕਹਾਂ ਜੀ ਉਹ ਗਲਤ ਹੈ ਅਤੇ ਉਹ ਸਹੀ ਹੈ। ਗੁਰੂ ਨਾਨਕ ਸਾਹਿਬ ਨੇ ਇਹ ਨਹੀਂ ਕਿਹਾ ਵੀ ਹਿੰਦੂ ਚੰਗੇ ਨੇ ਮੁਸਲਮਾਨ ਮਾੜੇ, ਜਾਂ ਮੁਸਲਮਾਨ ਚੰਗੇ ਅਤੇ ਹਿੰਦੂ ਮਾੜੇ। ਜੋ ਵਿਆਖਿਆ ਤੁਹਾਡੇ ਸਾਹਮਣੇ ਵੀ ਆ ਰਹੀ ਹੈ। ਉਹਨਾਂ ਦੋਵਾਂ ਦੇ ਵਾਂਗੂ ਜੋਗੀ ਕੀ ਕਰਦੇ ਨੇ, ਉਹ ਵੀ ਸਮਾਧੀ ਲਗਾ ਕੇ ਬੈਠ ਜਾਂਦੇ ਨੇ। ਔਰ ਈਵਨ ਕਿ ਜਿਹੜੇ ਜੋਗੀ ਹੁੰਦੇ ਸੀ ਨਾ, ਇਹ ਤਾਂ ਸ਼ਰਾਬ ਦਾ ਨਸ਼ਾ ਕਰਕੇ ਅਤੇ ਫਿਰ ਸਮਾਧੀ ਲਗਾਉਂਦੇ ਹੁੰਦੇ ਸੀ। ਉਹਨਾਂ ਦੇ ਵਿੱਚੋਂ ਬਹੁਤੇ ਇੱਦਾਂ ਦੇ ਸੀ। ਉਹਨਾਂ ਨੇ ਕੀ ਕਰਨਾ ਕਿ ਜਦੋਂ ਉਹਨਾਂ ਨੂੰ ਨਸ਼ਾ ਚੜ੍ਹੇਗਾ ਅਤੇ ਇੱਕੋ ਹੀ ਬੇਹੋਸ਼ ਹੋ ਕੇ ਪਏ ਰਹਿਣਗੇ ਇੱਕੋ ਕੰਮ ਦੇ ਵਿੱਚ, ਅਤੇ ਛੇਤੀ ਸਮਾਧੀ ਟੁੱਟੇਗੀ ਨਹੀਂ। ਆਮ ਬੰਦਾ ਤਾਂ ਥੱਕ ਜਾਂਦਾ ਛੇਤੀ, ਉਹ ਨਸ਼ਾ ਕਰਕੇ ਪਏ ਨੇ ਸਮਾਧੀ ਦੇ ਵਿੱਚ, ਅਤੇ ਉਹਨਾਂ ਨੇ ਕਹਿਣਾ ਵੀ ਇਹ ਤਾਂ ਬੰਦਾ ਜਲਦੀ ਥੱਕਦਾ ਹੀ ਨਹੀਂ। ਜੋਗੀ ਕੀ ਕਰਦੇ ਨੇ, ਜੋਗੀ ਸੁਨ ਧਿਆਵਨ ਜੇਤੇ ਅਲੱਖ ਨਾਮ ਕਰਤਾਰ। ਜਿਹੜੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲਖਿਆ ਨਹੀਂ ਜਾ ਸਕਦਾ, ਪਹੁੰਚ ਤੋਂ ਪਰੇ ਹੈ ਨਾ, ਉਹਨੂੰ ਦਾਤਾਰ ਕਹਿੰਦੇ ਨੇ। ਸੁਨ ਅਵਸਥਾ ਦੇ ਵਿੱਚ ਜਾ ਕੇ, ਮਤਲਬ ਕੋਈ ਫੁਰਨਾ ਨਹੀਂ ਫੁਰਦਾ, ਉਸ ਅਵਸਥਾ ਦੇ ਵਿੱਚ ਜਾ ਕੇ ਤੇ ਜਪਣ ਦੀ ਕੋਸ਼ਿਸ਼ ਕਰਦੇ ਨੇ। ਜੋਗੀਆਂ ਦੀ ਆਪਣੀ ਸਾਧਨਾ ਹੈ। ਬਾਬਾ ਕਬੀਰ ਕਹਿੰਦੇ ਨੇ,
ਜੋਗੀ ਕਹੈ ਜੋਗ ਭਲ ਮੀਠਾ ਅਵਰ ਨਾ ਦੂਜਾ ਭਾਈ। ਰੁੰਡਿਤ ਮੁੰਡਿਤ ਏਕੈ ਸ਼ਬਦੀ ਏ ਕਹੈ ਸਿਧ ਪਾਈ। ਜੋਗੀ ਕਹਿੰਦੇ ਨੇ ਜੋ ਕੁਝ ਜੋਗ ਮਤ ਦੇ ਵਿੱਚ ਹੈ ਉਹ ਤਾਂ ਦੁਨੀਆ ਦੇ ਵਿੱਚ ਹੋਰ ਕਿਤੇ ਹੈ ਹੀ ਨਹੀਂ। ਅਤੇ ਜੇ ਸਾਡਾ ਦੇਸ਼ ਜੋਗ ਮਤ ਦੇ ਪਿੱਛੇ ਲੱਗਾ ਰਹਿੰਦਾ ਤਾਂ ਅਸੀਂ ਕਿਤੇ ਕਿਸੇ ਨੇ ਵੀ ਨਹੀਂ ਬੈਠੇ ਹੋਣਾ ਇੱਥੇ। ਉਹ ਵਿਆਹ ਨੂੰ ਮੰਨਦੇ ਹੀ ਨਹੀਂ ਨੇ। ਮਹਾਰਾਜ ਕਹਿੰਦੇ ਨੇ ਜੋਗੀਆਂ ਨੂੰ ਪੁੱਛ ਕੇ ਵੇਖੋ, ਕਹਿੰਦੇ ਜੋ ਜੋਗ ਮਤ ਹੈ ਉਹ ਤਾਂ ਜੋਗ ਮਤ ਹੀ ਹੈ। ਜੋਗੀ ਕਹੈ ਜੋਗ ਭਲ ਮੀਠਾ ਅਵਰ ਨਾ ਦੂਜਾ ਭਾਈ। ਇਹਦੀ ਬਰਾਬਰੀ ਤੇ ਹੋਰ ਕੀ ਹੋ ਸਕਦਾ। ਇਹਦੇ ਤੋਂ ਇਲਾਵਾ ਜਿਹੜੇ ਰੋਡੇ ਸਾਧੂ ਤੁਰੇ ਫਿਰਦੇ ਨੇ ਗੰਜ ਕਰਾ ਕੇ ਸਿਰ ਦੀ ਅਤੇ ਇੱਦਾਂ ਤੁਰੇ ਫਿਰਦੇ ਨੇ, ਇੱਕੋ ਹੀ ਸ਼ਬਦ ਨੂੰ ਵਾਰ-ਵਾਰ ਜਪਣ ਵਾਲੇ। ਸਤਿਗੁਰੂ ਕਹਿੰਦੇ ਇਹ ਕਹੈ ਸਿਧ ਪਾਈ, ਇਹ ਕਹਿੰਦੇ ਨੇ ਵੀ ਸਿੱਧੀ ਹੈ ਹੀ ਸਾਡੇ ਕੋਲ ਹੈ। ਇੱਦਾਂ ਜੋਗੀ ਸੁਨ ਧਿਆਵਨ ਜੇਤੇ ਅਲਖ ਨਾਮ ਕਰਤਾਰ। ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ। ਉਹ ਕਹਿੰਦੇ ਰੱਬ ਦੀ ਜਿਹੜੀ ਹਸਤੀ ਹੈ ਨਾ, ਮੂਰਤ ਦਾ ਮਤਲਬ ਇੱਥੇ ਮੂਰਤੀ ਨਹੀਂ ਹੈ ਜਿਹਨੂੰ ਅਸੀਂ ਅਕਾਲ ਮੂਰਤ ਦੇ ਵਿੱਚ ਪੜ੍ਹ ਕੇ ਆਏ ਹਾਂ ਨਾ, ਹਸਤੀ ਹੋਂਦ, ਇੱਥੇ ਵੀ ਇਹ ਅਰਥ ਹੈ ਸੂਖਮ ਮੂਰਤ, ਕਿ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਹਸਤੀ ਹੈ ਨਾ, ਜੋਗੀ ਕਹਿੰਦੇ ਨੇ ਬੜੀ ਸੂਖਸ਼ਮ ਹੈ। ਮਤਲਬ ਆਮ ਪਕੜ ਤੋਂ ਪਰੇ ਹੈ, ਆਮ ਅੱਖਾਂ ਤੋਂ ਪਰੇ ਹੈ, ਕੰਨਾਂ ਤੋਂ ਪਰੇ ਹੈ, ਇੰਦਰੀਆਂ ਤੋਂ ਪਰੇ ਹੈ, ਬੜੀ ਡੂੰਘੀ ਹੈ ਉਹਦੀ ਵਿਚਾਰ। ਸੂਖਮ ਮੂਰਤ ਨਾਮ ਨਿਰੰਜਨ, ਜਿਹਦਾ ਨਾਮ ਕਾਲਖ ਤੋਂ ਰਹਿਤ ਹੈ। ਨਿਰੰਜਨ ਦੋ ਸ਼ਬਦਾਂ ਤੋਂ ਬਣਿਆ ਹੁੰਦਾ ਹੈ। ਅੰਜਨ ਦਾ ਅਰਥ ਹੁੰਦਾ ਹੈ ਸੁਰਮਾ, ਨਿਰਅੰਜਨ ਦਾ ਮਤਲਬ ਹੁੰਦਾ ਹੈ ਜਿਹਨੂੰ ਹੁਣ ਸੁਰਮਾ ਜਿਹੜਾ ਹੁੰਦਾ ਨਾ ਕਾਲੇ ਰੰਗ ਦਾ ਹੁੰਦਾ, ਤੁਹਾਨੂੰ ਵੀ ਪਤਾ ਹੈ, ਗ੍ਰੇ ਜਾਂ ਕਾਲਾ ਜਿਹੜਾ ਵੀ ਹੁੰਦਾ ਉਹ ਲੱਗ ਜਾਵੇ ਤੇ ਕਾਲਖ ਲੱਗ ਜਾਂਦੀ ਹੈ ਸਾਡੇ ਹੱਥ ਦੇ ਉੱਤੇ। ਹੁਣ ਨਿਰੰਜਨ ਦਾ ਮਤਲਬ ਹੈ ਜਿਹਨੂੰ ਕਾਲਖ ਨਹੀਂ ਲੱਗੀ, ਮਤਲਬ ਜਿਹਨੂੰ ਕੋਈ ਮੈਲ ਨਹੀਂ, ਜਿਹਨੂੰ ਕੋਈ ਦੋਸ਼ ਨਹੀਂ ਹੈ। ਮਹਾਰਾਜ ਕਹਿੰਦੇ ਮਾਲਕ ਦਾ ਨਾਮ ਇੱਦਾਂ ਦਾ ਹੈ, ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ। ਸਤੀਆਂ ਮਨ, ਹੁਣ ਅਗਲੀ ਗੱਲ ਆ ਗਈ। ਇਹ ਤਿੰਨ ਜਾਣਿਆਂ ਦੀ ਗੱਲ ਹੋ ਗਈ ਹੈ, ਮੁਸਲਮਾਨਾਂ ਦੀ, ਹਿੰਦੂਆਂ ਦੀ ਅਤੇ ਜੋਗੀਆਂ ਦੀ। ਹੁਣ ਇਹਦੇ ਤੋਂ ਚੌਥੀ ਕੈਟੇਗਰੀ ਉਹ ਆ ਗਈ ਹੈ ਜਿਨ੍ਹਾਂ ਨੂੰ ਸਾਡੀ ਦੁਨੀਆ ਦੇ ਵਿੱਚ ਦਾਨੀ ਕਿਹਾ ਜਾਂਦਾ ਹੈ। ਦਾਨੀ ਸੱਜਣ, ਦਾਨ ਕਰਨ ਵਾਲੇ, ਧਾਰਮਿਕ ਦੁਨੀਆ ਦੇ ਵਿੱਚ ਲੋਕਾਂ ਨੂੰ ਚੀਜ਼ਾਂ ਵੰਡਣ ਵਾਲੇ, ਬਾਹਰ ਲੋਕਾਂ ਦੀ ਮਦਦ ਕਰਨ ਵਾਲੇ, ਕਿਸੇ ਵੀ ਰੂਪ ਦੇ ਵਿੱਚ ਜਿਹੜੇ ਲੋਕਾਂ ਦੀ ਹੈਲਪ ਕਰਦੇ ਨੇ, ਉਹਨਾਂ ਨੂੰ ਸਾਡੇ ਦੇਸ਼ ਦੇ ਵਿੱਚ ਕਿਹਾ ਜਾਂਦਾ ਹੈ ਦਾਨੀ ਸੱਜਣ। ਹੁਣ ਗੁਰੂ ਸਾਹਿਬ ਉਹਨਾਂ ਦੀ ਵੀ ਗੱਲ ਕਰਦੇ ਨੇ। ਸਤੀ ਸ਼ਬਦ ਉਹਦੇ ਲਈ ਵਰਤਿਆ ਜਾਂਦਾ ਹੈ। ਸਤੀ, ਵੈਸੇ ਸਤੀ ਲਫ਼ਜ਼ ਨਾ ਉਹ ਔਰਤ ਲਈ ਵੀ ਵਰਤਿਆ ਜਾਂਦਾ ਸੀ, ਤੁਹਾਨੂੰ ਪਤਾ ਹੈ, ਜਿਹੜੀ ਆਪਣੇ ਪਤੀ ਦੇ ਚਲਾਣੇ ਦੇ ਉੱਤੇ ਜਿਹਨੂੰ ਜਿਉਂਦਿਆਂ ਜਲਾ ਦਿੱਤਾ ਜਾਂਦਾ ਸੀ। ਗੁਰਬਾਣੀ ਦੇ ਵਿੱਚ ਸਤੀ ਲਫ਼ਜ਼ ਦਾਨੀ ਦੇ ਲਈ ਵੀ ਆਇਆ ਹੈ। ਜਿਹਨੂੰ ਅੱਜ ਦਾਨੀ ਕਿਹਾ ਜਾਂਦਾ ਹੈ ਉਹਨੂੰ ਸਤੀ ਕਿਹਾ ਜਾਂਦਾ ਹੈ ਗੁਰੂ ਸਾਹਿਬ ਦੇ ਵੇਲੇ। ਔਰ ਤੁਸੀਂ ਵੇਖੋ ਮੰਦਰਾਂ ਦੇ ਵਿੱਚ ਜਾ ਕੇ, ਗੁਰਦੁਆਰਿਆਂ ਦੇ ਵਿੱਚ ਜਾ ਕੇ ਕਿੰਨੀਆਂ ਕਿੰਨੀਆਂ ਲੰਮੀਆਂ ਲਿਸਟ ਲੱਗੀਆਂ ਹੋਈਆਂ ਨੇ ਵੀ ਇੱਥੇ ਫਲਾਣੇ ਨੇ ਇੰਨੇ ਦੀ ਸੇਵਾ ਕੀਤੀ, ਦੂਸਰੇ ਨੇ ਇੰਨੇ ਦੀ ਸੇਵਾ ਕੀਤੀ। ਉਹ ਗੱਲ ਭਾਵੇਂ ਮਜ਼ਾਕ ਦੇ ਵਿੱਚ ਚੱਲ ਜਾਂਦੀ ਹੈ, ਪਰ ਕਿਸੇ ਨੇ 500 ਰੁਪਈਆ ਵੀ ਦਿੱਤਾ ਹੁੰਦਾ ਤਾਂ ਉਹ ਵੀ ਆਂਦਾ ਵੀ ਸ਼ਾਇਦ ਮੇਰਾ ਨਾਮ ਪੱਥਰ ਦੇ ਉੱਤੇ ਹੋਵੇ ਤਾਂ ਬੜੀ ਵਧੀਆ ਗੱਲ ਹੈ। ਤਾਂ ਮੈਂ ਬਹੁਤ ਵਾਰ ਕਹਿੰਦਾ ਹੁੰਦਾ ਇਹ ਤਾਂ ਬੜੀ ਬਖਸ਼ਿਸ਼ ਹੈ, ਅਸੀਂ ਬਚ ਗਏ ਹਾਂ। ਨਹੀਂ ਤਾਂ ਗੁਰਦੁਆਰੇ ਬੰਦਾ ਬਾਅਦ ਦੇ ਵਿੱਚ ਬਹਿੰਦਾ ਹੁੰਦਾ ਸੀ, ਉਹਨੇ ਪੱਖੀਆਂ 'ਤੇ ਪਹਿਲਾਂ ਲੋਕਾਂ ਦੇ ਨਾਂ ਹੀ ਵੇਖੀ ਜਾਣੇ, ਕਿਉਂ ਉਹ ਵਿਚਾਰਾ ਗੁਰਬਾਣੀ ਦੀ ਪੰਕਤੀਆਂ ਕੀ ਪੜ੍ਹੇ, ਉਹਨੇ ਤਾਂ ਰਿਸ਼ਤੇਦਾਰਾਂ ਦੇ ਨਾਂ ਹੀ ਪੜ੍ਹ ਕੇ ਜਾਣੇ। ਇੱਕ ਪਰ 'ਤੇ ਦਾਦੇ ਦਾ, ਇੱਕ ਪਰ 'ਤੇ ਪਿਤਾ ਦਾ, ਦੂਸਰੇ ਪਰ ਦੇ ਉੱਤੇ ਪੋਤਰੇ ਦਾ ਨਾਂ। ਹੁਣ ਪਰ ਹੀ ਮੁੱਕ ਗਏ, ਰਿਸ਼ਤੇਦਾਰ ਤੇਰੇ ਵੀ ਨਹੀਂ ਮੁੱਕੇ। ਇੱਦਾਂ ਵੇਖੋ ਤੁਸੀਂ, ਸਾਰਾ ਕੁਝ ਹੀ ਚੱਲਦਾ ਹੁੰਦਾ ਸੀ। ਤੁਹਾਡੇ ਵਹਿੰਦਿਆਂ ਵਹਿੰਦਿਆਂ ਸਾਰਾ ਕੁਝ ਬਦਲ ਗਿਆ। ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਦੇ ਉੱਤੇ ਲੋਕਾਂ ਨੇ ਆਪਣੇ ਨਾਮ ਲਿਖਵਾਏ ਜੀ, ਫਲਾਣੇ ਵੱਲੋਂ ਸੇਵਾ ਹੋਈ। ਮਸਕੀਨ ਸਾਹਿਬ ਦੀ ਤੁਸੀਂ ਗੱਲ ਸੁਣੀ ਹੋਵੇਗੀ ਨਾ, ਕਹਿੰਦੇ ਮੈਨੂੰ ਬਾਬਾ ਵੇਖਿਆ ਤਾਂ ਫਰਸ਼ ਦੇ ਉੱਤੇ ਵੇਖਦਾ ਪਿਆ, ਅਤੇ ਮੈਂ ਕਿਹਾ ਜੀ ਬਾਬਾ ਜੀ ਤੁਹਾਡਾ ਕੀ ਗਵਾਚ ਗਿਆ? ਕਹਿੰਦਾ ਮੈਂ ਪਿੱਛੇ ਜੇ ਪੈਸੇ ਦੇ ਕੇ ਗਿਆ ਸੀ, ਮੈਂ ਵੇਖਦਾ ਪਿਆ ਵੀ ਮੇਰਾ ਨਾਂ ਲਿਖਿਆ ਕਿ ਨਹੀਂ ਉਹਨਾਂ ਨੇ। ਇਹ ਵੀ ਇੱਕ ਸੂਖਮ ਹਉਮੈ ਹੈ। ਨਿੱਕੀ ਜਿਹੀ ਗੱਲ ਤੋਂ ਨਾਰਾਜ਼ ਹੋ ਜਾਣ ਵਾਲੇ ਲੋਕ, ਮੇਰਾ ਨਾਂ ਕਿਉਂ ਨਹੀਂ ਬੋਲਿਆ ਗਿਆ। ਇੱਕ ਪਾਸੇ ਅਸੀਂ ਕਹੀ ਜਾਵਾਂਗੇ ਕੋਈ ਨਾਂ ਨਾ ਜਾਣੇ ਮੇਰਾ, ਅਤੇ ਦੂਜੇ ਪਾਸੇ ਅਸੀਂ ਕਹਿੰਦੇ ਨੇ ਵੀ ਕਿਉਂ ਨਾ ਜਾਣੇ, ਕਿਉਂ ਨਾ ਜਾਣੇ ਭਾਈ, ਨਾ ਬੋਲੇ ਮੇਰਾ ਨਾਂ, ਫਿਰ ਮੈਂ ਦੱਸਾਂਗਾ ਵੀ ਕਿੱਦਾਂ ਨਹੀਂ ਬੋਲਦੇ। ਬੜੇ ਨਾਰਾਜ਼ ਹੋ ਜਾਂਦੇ ਨੇ ਬੰਦੇ। ਦਾਤਾਰ ਕਹਿੰਦੇ ਨੇ ਸਤੀਆਂ ਮਨ ਸੰਤੋਖ ਉਪਜੈ। ਵੰਡ ਛਕਣਾ ਹੋਰ ਕੁਝ ਹੈ, ਦਾਨ ਕਰਨਾ ਕੁਝ ਹੋਰ ਕੁਝ ਹੈ। ਇਹਨੂੰ ਸਮਝ ਲੈਣਾ। ਦਾਨ ਦੇ ਪਿੱਛੇ ਨਾ ਇੱਕ ਥਿੰਕਿੰਗ ਹੁੰਦੀ ਹੈ। ਮਹਾਰਾਜ ਕਹਿੰਦੇ ਨੇ ਕਥਾ ਕਹਾਣੀ ਬੇਦੀ ਆਣੀ, ਪਾਪ ਪੁੰਨ ਵਿਚਾਰ, ਦੇ ਦੇ ਲੈਣਾ ਲੈ ਲਿਆ ਦੇਣਾ, ਨਰਕ ਸੁਰਗ ਅਵਤਾਰ। ਸਾਡੇ ਦੇਸ਼ ਦੇ ਵਿੱਚ ਦਾਨ ਇੱਦਾਂ ਨਹੀਂ ਕੀਤਾ ਜਾਂਦਾ ਵੀ ਅਸੀਂ ਕਿਸੇ ਦੀ ਮਦਦ ਕਰਨੀ ਹੈ। ਸਾਡੇ ਦਾਨ ਦੇਣ ਦੇ ਪਿੱਛੇ ਇੱਕ ਮਤਲਬ ਹੁੰਦਾ ਹੈ। ਸਾਰਿਆਂ ਦਾ ਨਹੀਂ ਹੋਵੇਗਾ, ਪਰ ਬਹੁਤਿਆਂ ਦਾ ਹੁੰਦਾ ਹੈ। ਕਿਉਂਕਿ ਦਾਨ ਕਰਨ ਵਾਲੇ ਨੂੰ ਇੱਕ ਗੱਲ ਸਿਖਾ ਦਿੱਤੀ ਜਾਂਦੀ ਹੈ ਵੀ ਜੋ ਤੂੰ ਦਾਨ ਕਰੇਗਾ ਨਾ ਉਹ ਤੈਨੂੰ ਮਿਲੇਗਾ, ਅਗਲੇ ਜਨਮ 'ਚ ਮਿਲ ਜਾਵੇ, ਕਿਸੇ ਵੀ ਰੂਪ ਦੇ ਵਿੱਚ ਮਿਲ ਜਾਵੇ। ਹੁਣ ਉਹਨੂੰ ਪਤਾ ਵੀ ਵਾਪਸ ਘੁੰਮ ਕੇ ਮੇਰੇ ਕੋਲ ਹੀ ਆਉਣਾ, ਇਸ ਕਰਕੇ ਉਹ ਖੁੱਲ੍ਹ ਕੇ ਦਾਨ ਕਰਦਾ ਵੀ ਅਗਲੇ ਜਨਮ ਦੇ ਵਿੱਚ ਚੰਗਾ ਹੀ ਮਿਲੇ ਮੈਨੂੰ। ਤੁਸੀਂ ਗੁਰਬਾਣੀ ਦੀ ਇੱਕ ਮਿਥਿਹਾਸ ਦੇ ਵਿੱਚ ਇੱਕ ਪਰੰਪਰਾ ਹੈ
ਗੁਰੂ ਨਾਨਕ ਸਾਹਿਬ ਨੇ ਵੀ ਉਹਨੂੰ ਕੋਡ ਕੀਤਾ ਹੈ ਗੱਲ ਨੂੰ, ਅਜੈ ਸੋ ਰੋਵੈ ਭੀਖਿਆ ਖਾਏ, ਐਸੀ ਦਰਗਾਹ ਮਿਲੈ ਸਜਾਏ। ਉਹਦੇ ਵਿੱਚ ਸਾਰਾ ਕੁਝ ਵੀ ਜੋ ਤੁਸੀਂ ਕਰੋਗੇ ਉਹਦੇ ਬਦਲੇ ਦੇ ਵਿੱਚ ਤੁਹਾਨੂੰ ਵਾਪਸ ਉਹ ਮਿਲਦਾ ਹੀ ਮਿਲਦਾ ਹੈ। ਹੁਣ ਜਿਹਨੂੰ ਇਹ ਪਤਾ ਲੱਗ ਜਾਵੇ ਵੀ ਜੋ ਮੈਂ ਅੱਗੇ ਦਿੱਤਾ ਹੈ ਉਹੀ ਮੇਰੇ ਅੱਗੇ ਵਾਪਸ ਆਉਣਾ, ਉਹ ਕਦੀ ਕਿਸੇ ਨੂੰ ਗਲਤ ਦਾਨ ਦੇਵੇਗਾ, ਉਹ ਕਦੀ ਨਹੀਂ ਗਲਤ ਦਾਨ ਦਿੰਦਾ। ਪਰ ਗੁਰੂ ਸਾਹਿਬ ਨੇ ਇੱਥੇ ਹੋਰ ਗੱਲ ਕੀਤੀ ਹੈ। ਹਜ਼ੂਰ ਕਹਿੰਦੇ ਸਤੀਆਂ ਮਨ, ਦਾਨੀਆਂ ਦੇ ਮਨ ਦੇ ਵਿੱਚ ਸੰਤੋਖ ਉਪਜੇ। ਉਹ ਕਦੀ ਕਿਸੇ ਨੂੰ ਚੀਜ਼ਾਂ ਵੰਡਦੇ ਨੇ ਨਾ, ਬੜਾ ਸੰਤੋਖ ਮਿਲਦਾ ਉਹਨਾਂ ਨੂੰ, ਬੜਾ ਸਿਦਕ ਮਿਲਦਾ ਹੈ ਉਹਨਾਂ ਨੂੰ। ਕੀ ਦੇਣਾ ਕਹਿ ਵਿਚਾਰ, ਜਦੋਂ ਉਹ ਲੋਕਾਂ ਨੂੰ ਚੀਜ਼ਾਂ ਵੰਡਦੇ ਨੇ ਉਹਨਾਂ ਦੇ ਮਨ ਦੇ ਵਿੱਚ ਇਹ ਖਿਆਲ ਪੈਦਾ ਹੁੰਦਾ ਨਾ ਵੀ ਅਸੀਂ ਲੋਕਾਂ ਦੀ ਸੇਵਾ ਕਰਨੀ ਹੈ, ਬੜਾ ਸੋਹਣਾ ਖਿਆਲ ਹੁੰਦਾ ਹੈ। ਪਰ ਗੁਰੂ ਸਾਹਿਬ ਕਹਿੰਦੇ ਨੇ ਦੇ ਮੰਗੈ ਸਹਿਸਾ ਗੁਣਾ, ਸੋਭ ਕਰੇ ਸੰਸਾਰ। ਸਹਿਸ ਦਾ ਮਤਲਬ ਹੁੰਦਾ ਹੈ ਹਜ਼ਾਰ। ਜਪਜੀ ਸਾਹਿਬ ਦੀ ਪਹਿਲੀ ਪੌੜੀ ਪੜ੍ਹ ਕੇ ਵੇਖੋਗੇ ਨਾ, ਹਜ਼ੂਰ ਕਹਿੰਦੇ ਨੇ ਸਹਿਸ ਸਿਆਣਪਾਂ ਲੱਖ ਹੋਹੇ ਤਾਂ ਇੱਕ ਨਾ ਚੱਲੇ ਨਾਲ। ਸਹਿਸ ਦਾ ਮਤਲਬ ਹੁੰਦਾ ਹੈ ਹਜ਼ਾਰ। ਹੁਣ ਇੱਕ ਪਾਸੇ ਦਾਨੀ ਕਿਸੇ ਬੰਦੇ ਨੂੰ ਇੱਕ ਚੀਜ਼ ਵੰਡਦਾ ਪਿਆ ਹੈ, ਪਰ ਕੀ ਹੋ ਗਿਆ ਹੈ, ਉਸ ਵੰਡ ਦੇ ਪਿੱਛੇ ਵੀ ਉਹਦੇ ਮਨ ਦੇ ਵਿੱਚ ਇੱਕ ਅਰਦਾਸ ਚੱਲਦੀ ਪਈ ਹੈ ਵੀ ਇਹਨੂੰ ਮੈਂ ਇੱਕ ਚੀਜ਼ ਦਿੱਤੀ ਹੈ, ਇਹਦਾ 10 ਗੁਣਾ ਹੋ ਕੇ ਤੇ ਮੈਨੂੰ ਮਿਲ ਜਾਵੇ, ਇਹਦਾ ਹਜ਼ਾਰਾਂ ਗੁਣਾ ਹੋ ਕੇ ਤੇ ਮੈਨੂੰ ਮਿਲ ਜਾਵੇ। ਹੋਰ ਦਾਨੀ ਕੀ ਹੈ? ਉੱਥੇ ਕਦੀ ਵੀ ਨਹੀਂ ਬੰਦਾ ਦਾਨ ਕਰਦਾ ਜਿੱਥੇ ਉਹਨੂੰ ਵਾਪਸ ਮੁੜਨ ਦੀ ਆਸ ਨਾ ਹੋਵੇ। ਦੇ ਮੰਗੈ ਸਹਿਸਾ ਗੁਣਾ, ਸੋਭ ਕਰੇ ਸੰਸਾਰ। ਗੁਰੂ ਸਾਹਿਬ ਕਹਿੰਦੇ ਤੇ ਦੋ ਗੱਲਾਂ ਹੋ ਗਈਆਂ ਨੇ ਵੀ ਨਾਲੇ ਤੋਂ ਲੋਕਾਂ ਨੇ ਤਾਰੀਫ ਕਰ ਦਿੱਤੀ ਵੀ ਬੜਾ ਵੱਡਾ ਦਾਨੀ ਹੈ ਜੀ, ਇਹ ਤਾਂ ਬਹੁਤ ਕੁਝ ਦਾਨ ਕਰਦਾ ਹੈ। ਵੰਡਣ ਲਈ ਸਾਰਿਆਂ ਨੂੰ ਦੇਣਾ ਹੈ, ਦਾਨ ਕਰਨਾ ਕੁਝ ਹੋਰ ਹੈ। ਦਾਨ ਸਾਡਾ ਲਫ਼ਜ਼ ਵਧੀਆ ਨਹੀਂ ਹੈ ਐਡਾ, ਵੰਡ ਛਕੋ ਇਹਦੇ ਲਈ ਲਫ਼ਜ਼ ਹੈ ਵੀ ਬਰਾਬਰ ਬੈਠ ਕੇ ਖਾਈਏ। ਮਹਾਰਾਜ ਕਹਿੰਦੇ ਨੇ ਇੱਕ ਤੇ ਲੋਕਾਂ ਨੇ ਤਾਰੀਫ ਕਰ ਦਿੱਤੀ ਵੀ ਬੜਾ ਵੱਡਾ ਦਾਨੀ ਹੈ, ਤੇ ਉਹਨੇ ਦਾਨ ਕਰਕੇ ਤੇ ਮੰਗ ਵੀ ਲਿਆ ਵੀ ਚੱਲ ਮੈਂ ਇੱਕ ਵਾਰ ਇਹ ਦਾਨ ਕਰਦਾ ਹਾਂ, ਇਹਦੇ ਬਦਲੇ ਦੇ ਵਿੱਚ ਮੈਨੂੰ 1000 ਗੁਣਾ ਹੋਰ ਮਿਲ ਜਾਵੇ। ਤੇ ਜਿਹਨੂੰ ਇੱਕ ਚੀਜ਼ ਦੇ ਬਦਲੇ 1000 ਰੁਪਈਆ ਮਿਲਦਾ ਪਿਆ ਹੈ, ਉਹਨੇ 1 ਰੁਪਈਆ ਦਿੱਤਾ, ਉਹਨੂੰ 1000 ਮਿਲ ਗਿਆ, ਉਹ ਫਿਰ ਗਾਂ 1 ਰੁਪਈਆ ਦੇ ਦੇਵੇਗਾ, 999 ਤੇ ਫਿਰ ਬਚ ਜਾਣੇ ਉਹਨੂੰ, ਤੇ ਉਹਦਾ ਤਾਂ ਬੜਾ ਵਧੀਆ ਚੱਲੀ ਜਾ ਰਿਹਾ। ਮਹਾਰਾਜ ਕਹਿੰਦੇ ਜਿੱਦਾਂ ਮੁਸਲਮਾਨਾਂ ਦਾ ਇੱਕ ਨਿਯਮ ਹੈ, ਹਿੰਦੂਆਂ ਦਾ ਨਿਯਮ ਹੈ, ਜੋਗੀਆਂ ਦਾ ਨਿਯਮ ਹੈ ਨਾ ਆਪਣੀ ਜ਼ਿੰਦਗੀ ਜੀਣ ਦਾ, ਇੱਦਾਂ ਦਾਨੀਆਂ ਦਾ ਵੀ ਇੱਕ ਨਿਯਮ ਹੈ। ਉਹ ਇਸੇ ਕੰਮ ਦੇ ਵਿੱਚ ਲੱਗੇ ਹੋਏ ਨੇ। ਸਤੀਆਂ ਮਨ ਸੰਤੋਖ ਉਪਜੈ, ਦੇਣਾ ਕਹਿ ਵਿਚਾਰ, ਦੇ ਮੰਗੈ ਸਹਿਸਾ ਗੁਣਾ, ਸੋਭ ਕਰੇ ਸੰਸਾਰ। ਹੁਣ ਇਹਦੇ ਤੋਂ ਵੀ ਇੱਕ ਛੋਟੀ ਨਿਕੰਮੀ ਜੀ ਕੈਟਾਗਰੀ ਹੈਗੀ ਸਮਾਜ ਦੇ ਵਿੱਚ। ਜਿੱਦਾਂ ਉਤਲੇ ਜਿੰਨਿਆਂ ਦੀ ਵੀ ਗੱਲ ਹੈ ਨਾ, ਉਹ ਆਪਣੇ ਆਪਣੇ ਕੰਮਾਂ 'ਚ ਲੱਗੇ ਪਏ ਨੇ। ਮਹਾਰਾਜ ਕਹਿ ਰਹੇ ਨੇ ਚੋਰਾਂ ਜਾਰਾਂ ਤੈ ਕੂੜਿਆਰਾਂ, ਖਰਾਬਾਂ ਵੇਕਾਰ। ਚੋਰ ਸਾਨੂੰ ਸਾਰਿਆਂ ਨੂੰ ਪਤਾ ਹੋਵੇਗਾ। ਇਹ ਜਿਹੜਾ ਜ਼ਾਰ ਲਫ਼ਜ਼ ਹੈ ਨਾ ਇੱਥੇ ਜਿਹੜਾ ਤੁਹਾਡੇ ਸਾਹਮਣੇ ਆਇਆ ਹੈ, ਤੁਸੀਂ ਪੰਜਾਬੀ ਨੂੰ ਜਾਣਦੇ ਹੋਵੋਗੇ, ਗੁਰਬਾਣੀ ਦੇ ਵਿੱਚ ਇਹ ਲਫ਼ਜ਼ ਯਈਏ ਦੇ ਨਾਲ ਵੀ ਆਇਆ ਹੈ। ਸੁਣ ਯਾਰ ਹਮਾਰੇ ਸੱਜਣ ਇੱਕ ਕਰੂੰ ਬੇਨੰਤੀਆ। ਉੱਥੇ ਯਾਰ ਦਾ ਅਰਥ ਹੈ ਮਿੱਤਰ, ਦੋਸਤ। ਉਹ ਲਫ਼ਜ਼ ਜਿਹੜਾ ਹੈ ਗੁੱਡ ਸੈਂਸ ਦੇ ਵਿੱਚ ਵਰਤਿਆ ਹੈ, ਚੰਗੇ ਤਰੀਕੇ ਦੇ ਨਾਲ ਵਰਤਿਆ ਹੈ। ਪਰ ਆਹ ਜਿਹੜਾ ਜ਼ਾਰ ਲਫ਼ਜ਼ ਹੈ ਨਾ, ਇਹ ਉਹਦੇ ਲਈ ਵਰਤਿਆ ਜਾਂਦਾ ਹੈ ਜਿਹੜਾ ਪਰ ਇਸਤਰੀਗਾਮੀ ਹੁੰਦਾ ਹੈ। ਮਤਲਬ ਜਿਹੜਾ ਜਿਹਨੂੰ ਕਹਿ ਦਈਏ ਵੀ ਕਰੈਕਟਰਲੈਸ ਬੰਦਾ, ਦੋਵਾਂ ਦੇ ਵਾਲੇ ਪਾਸੇ ਤੋਂ ਇੱਦਾਂ ਦਾ ਵੀ ਜਿਹਦਾ ਧਿਆਨ ਇੱਕ ਪਾਸੇ ਨਹੀਂ ਟਿਕਦਾ, ਉਹਨੂੰ ਕਿਹਾ ਜਾਂਦਾ ਹੈ ਜ਼ਾਰ। ਇਹ ਜੱਜੇ ਨਾਲ ਜਦੋਂ ਵੀ ਗੁਰਬਾਣੀ ਦੇ ਵਿੱਚ ਜ਼ਾਰ ਸ਼ਬਦ ਆਵੇਗਾ ਇਹ ਉਹਦੇ ਲਈ ਹੈ। ਮਿੱਤਰ ਲਈ ਜਦੋਂ ਵੀ ਸ਼ਬਦ ਆਵੇਗਾ ਯਈਏ ਦੇ ਨਾਲ ਆਉਂਦਾ ਹੈ ਯਾਰ, ਇਹ ਜ਼ਾਰ ਸ਼ਬਦ ਹੈ। ਸਤਿਗੁਰੂ ਕਹਿੰਦੇ ਕਿੰਨੇ ਚੋਰ ਨੇ ਇਸ ਦੁਨੀਆ ਦੇ ਵਿੱਚ, ਘਾਟਾ ਕਿਤੇ। ਅਸੰਖ ਚੋਰ ਹਰਾਮ ਖੋਰ। ਕਿੰਨੇ ਜ਼ਾਰ ਨੇ ਇਸ ਦੁਨੀਆ ਦੇ ਵਿੱਚ, ਘਾਟਾ ਹੈ ਕਿਤੇ। ਕੂੜਿਆਰ, ਕੂੜ ਦਾ ਮਤਲਬ ਕੂੜਾ। ਜਦੋਂ ਅਸੀਂ ਘਰ ਦੀ ਸਫਾਈ ਕਰੀਏ ਤੇ ਕੀ ਨਿਕਲਦਾ ਹੈ? ਕੂੜਾ ਨਿਕਲਦਾ। ਕੂੜਿਆਰ ਦਾ ਮਤਲਬ ਹੁੰਦਾ ਜਿਹਨੇ ਰਹਿਣਾ ਹੀ ਇਹੋ ਜਿਹੀ ਥਾਂ ਦੇ ਉੱਤੇ ਹੈ, ਜਿਹਨੂੰ ਅਸੀਂ ਸੁੱਟ ਕੇ ਪਰੇ ਕਰ ਦਿੱਤਾ ਨਾ ਵੀ ਇਹ ਨਿਕੰਮੀਆਂ ਚੀਜ਼ਾਂ ਨੇ, ਉਹ ਉੱਥੋਂ ਜਾ ਕੇ ਤੇ ਲੱਭਦਾ ਪਿਆ ਵੀ ਸ਼ਾਇਦ ਕੁਝ ਇੱਥੇ ਲੱਭ ਜਾਵੇ। ਜਿਹਨੂੰ ਆਮ ਬੰਦਾ ਮੂੰਹ ਨਹੀਂ ਨਾ ਕਰਕੇ ਲੰਘਦਾ ਪਿਆ, ਉਹ ਉੱਥੇ ਬੈਠਾ ਆਨੰਦ ਲੈ ਰਿਹਾ ਵੀ ਮੈਨੂੰ ਤਾਂ ਸਭ ਤੋਂ ਵਧੀਆ ਥਾਂ ਹੀ ਇਹ ਹੈ। ਗੁਰੂ ਸਾਹਿਬ ਕਹਿੰਦੇ ਥੋੜ੍ਹੀਆਂ ਥਾਵਾਂ ਨੇ ਕਿਤੇ, ਤੇ ਥੋੜ੍ਹੇ ਬੰਦੇ ਨੇ ਇਹੋ ਜਿਹੇ। ਚੋਰਾਂ ਜਾਰਾਂ ਤੈ ਕੂੜਿਆਰਾਂ, ਖਰਾਬਾਂ ਵੇਕਾਰ। ਮਹਾਰਾਜ ਕਹਿੰਦੇ ਕਿੰਨੇ ਨੇ ਜਿਹੜੇ ਵਿਕਾਰੀ ਨੇ, ਮਤਲਬ ਜਿਨ੍ਹਾਂ ਨੂੰ ਕੋਈ ਨਾ ਕੋਈ ਐਬ, ਜਿਨ੍ਹਾਂ ਨੂੰ ਕੋਈ ਨਾ ਕੋਈ ਮੁਸ਼ਕਿਲ ਹੈ। ਤੇ ਕੀ ਕਹਿੰਦੇ ਨੇ ਗੁਰੂ ਸਾਹਿਬ? ਇੱਕ ਹੁੰਦਾ ਖਾਏ ਚੱਲੈ ਐ ਥਾਊ, ਤਿਨਾ ਪੀਕਾਈ ਕਾਰ। ਮਹਾਰਾਜ ਕਹਿੰਦੇ ਇਹ ਕੀ ਕਰਦੇ ਨੇ? ਇੱਕ ਤੇ ਜਿਹੜਾ ਇੱਥੇ ਇਹਨਾਂ ਦੇ ਕੋਲ ਹੈ ਸੀ, ਪਹਿਲਾਂ ਕਮਾਈ ਇਹਨਾਂ ਦੇ ਅੰਦਰ ਹੈ ਸੀ ਰੱਬ ਦੇ ਨਾਮ ਵਾਲੀ ਥੋੜ੍ਹੀ ਬਹੁਤੀ, ਉਹ ਵੀ ਗਵਾ ਕੇ ਚਲੇ ਗਏ। ਇੱਕ ਹੁੰਦਾ ਖਾਏ ਚੱਲੈ ਐ ਥਾਊ, ਜਿਹੜਾ ਕੁਝ ਰੱਬ ਨੇ ਥੋੜ੍ਹਾ ਬਹੁਤਾ ਰੱਬ ਦਾ ਨਾਮ ਇਹਨਾਂ ਦੇ ਅੰਦਰ ਪਾਇਆ ਹੋਇਆ ਸੀ ਨਾ ਜਨਮ ਦੇ ਵੇਲੇ, ਮਹਾਰਾਜ ਕਹਿੰਦੇ ਇਹਨਾਂ ਨੇ ਉਹ ਵੀ ਗਵਾ ਲਿਆ। ਤਿੰਨਾਂ ਭਿਕਾਈ ਕਾਈ ਕਾਰ। ਤੇ ਉਹ ਵੀ ਤੇ ਕਿਸੇ ਕੰਮ ਦੇ ਵਿੱਚ ਲੱਗੇ ਹੋਏ ਨੇ।
ਮਹਾਰਾਜ ਤਾਰੀਫ ਨਹੀਂ ਕਰਦੇ ਵੀ ਬੜੇ ਵਧੀਆ ਕੰਮ 'ਚ ਲੱਗੇ ਨੇ। ਮਹਾਰਾਜ ਕਹਿੰਦੇ ਜਿੱਦਾਂ ਬਾਕੀ ਕਿਸੇ ਨਾ ਕਿਸੇ ਕੰਮ 'ਚ ਲੱਗੇ ਨੇ ਨਾ, ਇਹ ਵੀ ਆਪਣੇ ਕੰਮ 'ਚ ਲੱਗੇ ਹੋਏ ਨੇ। ਕੋਈ ਨਸ਼ਾ ਕਰਦਾ ਪਿਆ ਹੈ, ਉਹ ਵੀ ਆਪਣੇ ਕੰਮ 'ਚ ਲੱਗਾ। ਜਿੱਦਾਂ ਦਾਨੀ ਦਾਨ ਕਰਦਾ ਪਿਆ, ਇਹਦਾ ਨਸ਼ੇੜੀ ਨਸ਼ਾ ਕਰਦਾ ਪਿਆ ਹੈ। ਇੱਕ ਹੁੰਦਾ ਖਾਏ ਚੱਲੇ ਐਥਾਊ ਤਿਨਾ ਪਿਕਾਈ ਕਾਰ, ਫਿਰ ਜਲ ਥਲ ਜੀਆਂ ਪੁਰੀਆਂ ਲੋਵਾ ਆਕਾਰਾਂ ਆਕਾਰ। ਜਲ ਦੇ ਵਿੱਚ ਰਹਿਣ ਵਾਲੇ ਜੀਵ, ਥਲ ਦੇ ਉੱਤੇ ਰਹਿਣ ਵਾਲੇ ਜੀਵ, ਥਲ ਜ਼ਮੀਨ, ਜ਼ਮੀਨ ਦੇ ਉੱਤੇ ਰਹਿਣ ਵਾਲੇ ਜੀਵ ਜਿੰਨੇ ਅਸੀਂ ਹਾਂ। ਜਲ ਥਲ ਜੀਆਂ ਪੁਰੀਆਂ ਲੋਆ ਆਕਾਰਾਂ ਆਕਾਰ। ਜਿੰਨੇ ਵੀ ਇਸ ਬ੍ਰਹਮੰਡ ਦੇ ਵਿੱਚ ਲੋਕਾਂ ਦੇ ਵਿੱਚ, ਲੋਕ ਦਾ ਅਰਥ ਵੈਸੇ ਜਿਹੜੇ ਤਿੰਨ ਹੁੰਦੇ ਨੇ, ਜ਼ਮੀਨ, ਪਤਾਲ ਅਤੇ ਮਾਤ ਲੋਕ ਅਤੇ ਆਕਾਸ਼ ਲੋਕ। ਜਿੱਥੇ ਵੀ ਬ੍ਰਹਮੰਡ ਦੇ ਵਿੱਚ ਜੀਵ ਜੰਤੂ ਵੱਸਦੇ ਪਏ ਨੇ, ਹਵਾ ਦੇ ਵਿੱਚ ਉੱਡਣ ਵਾਲੇ, ਜ਼ਮੀਨ 'ਤੇ ਰਹਿਣ ਵਾਲੇ ਅਤੇ ਜ਼ਮੀਨ ਤੋਂ ਨੀਵੇਂ ਜਿਹੜੇ ਪਤਾਲ ਦੇ ਵਿੱਚ ਨੇ। ਮਹਾਰਾਜ ਕਹਿੰਦੇ ਜਿੰਨੇ ਵੀ ਆਕਾਰ ਨੇ, ਜਲ ਥਲ ਜੀਆਂ ਪੁਰੀਆਂ ਲੋਵਾਂ ਆਕਾਰਾਂ ਆਕਾਰ। ਉਹ ਜੇ ਆਖੇ, ਉਹ ਜਿਹੜੀ ਵੀ ਗੱਲ ਆਖਦੇ ਨੇ, ਸਿਰਫ ਅਸੀਂ ਬੰਦੇ ਹੀ ਨਹੀਂ, ਦਰਖਤ ਕੁਝ ਬੋਲਦਾ ਹੈ, ਪੰਛੀ ਬੋਲਦਾ ਹੈ। ਮਹਾਰਾਜ ਕਹਿੰਦੇ ਜੋ ਕੁਝ ਵੀ ਬੋਲਦੇ ਨੇ, ਉਹ ਇਹ ਜੇ ਆਖੇ ਸੋ ਤੂੰ ਹੈ ਜਾਣੇ, ਉਹ ਤੂੰ ਜਾਣਦਾ ਹੈ ਉਸ ਗੱਲ ਨੂੰ। ਸਾਨੂੰ ਬਹੁਤੀ ਵਾਰ ਇੱਦਾਂ ਯਕੀਨ ਹੁੰਦਾ ਵੀ ਪਤਾ ਨਹੀਂ ਅਸੀਂ ਅਰਦਾਸ ਕੀਤੀ ਹੈ ਅਤੇ ਸੁਣਦਾ ਕੋਈ ਕਿ ਨਹੀਂ। ਮਹਾਰਾਜ ਕਹਿੰਦੇ ਤੇ ਪੰਛੀ ਬੋਲਦੇ ਨੇ ਤੇ ਪੰਛੀਆਂ ਦੀ ਵੀ ਸੁਣ ਲੈਂਦਾ ਹੈ, ਦਰਖਤ ਬੋਲਦੇ ਨੇ ਦਰਖਤਾਂ ਦੀ ਵੀ ਸੁਣ ਲੈਂਦਾ ਹੈ। ਉਹ ਇਹ ਜੇ ਆਖੇ, ਜਿਹੜੀ ਵੀ ਗੱਲ ਉਹ ਆਖਦੇ ਨੇ, ਕੌਣ? ਜਿਨ੍ਹਾਂ ਦੀ ਉੱਤੇ ਗੱਲ ਹੈ, ਸੋ ਤੂੰ ਹੈ ਜਾਣੇ। ਮਹਾਰਾਜ ਤੂੰ ਉਹਨਾਂ ਦੀ ਦਿਲ ਦੀ ਵੀ ਤੇ ਜਾਣਦਾ ਹੈ। ਤਿਨਾ ਵੀ ਤੇਰੀ ਸਾਰ। ਮਹਾਰਾਜ ਕਹਿੰਦੇ ਨੇ ਸਤਿਗੁਰੂ ਐ ਅਕਾਲ ਪੁਰਖ ਵਾਹਿਗੁਰੂ, ਉਹਨਾਂ ਜੀਵਾਂ ਦੀ ਸੰਭਾਲ ਵੀ ਤੇ ਤੂੰ ਕਰਦਾ ਪਿਆ ਹੈ, ਉਹਨਾਂ ਦੀ ਸੰਭਾਲ ਦਾ ਜਿੰਮਾ ਵੀ ਤੇ ਤੇਰੇ ਉੱਤੇ ਹੀ ਹੈ। ਤਿਨਾ ਵੀ ਤੇਰੀ ਸਾਰ। ਫਿਰ ਇੱਥੋਂ ਹੁਣ ਗੁਰੂ ਨਾਨਕ ਸਾਹਿਬ ਨੇ ਆਹ ਗੱਲ ਸ਼ੁਰੂ ਕੀਤੀ ਹੈ ਜਿਹੜੀ, ਨਾਨਕ ਭਗਤਾਂ ਭੁੱਖ ਸਾਲਾਹਣ ਸੱਚ ਨਾਮ ਆਧਾਰ। ਆਹ ਮੇਨ ਗੱਲ ਹੈ। ਮਹਾਰਾਜ ਨੇ, ਫਿਰ ਮੈਂ ਦੁਬਾਰਾ ਉਹਨੂੰ ਇੱਕ ਵਾਰ ਕਰਾਂਗਾ ਕਿਉਂਕਿ ਉਹ ਇੱਥੋਂ ਗੱਲ ਫਿਰ ਪਕੜ ਦੇ ਵਿੱਚ ਆਵੇਗੀ। ਜਿੱਦਾਂ ਮੁਸਲਮਾਨ ਕਹਿੰਦੇ ਨੇ ਸ਼ਰ੍ਹਾ ਬੜੀ ਕਮਾਲ ਦੀ ਚੀਜ਼ ਹੈ, ਵੀ ਸਾਡੇ ਨਿਯਮ ਦੇ ਵਿੱਚ ਚੱਲਣ ਵਾਲੇ ਬੰਦੇ, ਉਹ ਬੰਦੇ ਬੜੇ ਕਮਾਲ ਦੇ ਨੇ। ਹਿੰਦੂ ਉਹਦੀ ਤਾਰੀਫ ਕਰਦਾ ਪਿਆ ਹੈ ਜਿਹੜਾ ਤੀਰਥ ਇਸ਼ਨਾਨੀ ਬੜੇ ਕਮਾਲ ਦਾ ਹੈ, ਜਿਹੜਾ ਪੂਜਾ ਪਾਠ ਦੇ ਵਿੱਚ ਲੱਗਾ ਰਹਿੰਦਾ ਹੈ, ਉਹ ਕਹਿੰਦੇ ਨੇ ਇਹ ਬੜੇ ਕਮਾਲ ਦਾ ਬੰਦਾ ਹੈ। ਜੋਗੀ ਕਹਿੰਦੇ ਨੇ ਨਹੀਂ, ਉਹ ਬੰਦਾ ਜ਼ਿਆਦਾ ਕਮਾਲ ਦਾ ਹੈ ਜਿਹੜਾ ਬੈਠਾ ਰਹਿੰਦਾ ਹੈ ਚੌਕੜੀ ਮਾਰ ਕੇ ਅਤੇ ਸਾਰਾ ਦਿਨ ਸਮਾਧੀ ਲਗਾ ਕੇ ਅਤੇ ਰੱਬ ਦਾ ਨਾਮ ਜਪਦਾ ਰਹਿੰਦਾ ਹੈ ਕਿਸੇ ਵੀ ਰੂਪ ਦੇ ਵਿੱਚ। ਫਿਰ ਅੱਗੇ ਗੱਲ ਆ ਗਈ ਸਤੀਆਂ ਦੀ, ਦਾਨੀਆਂ ਦੀ। ਉਹ ਇੱਕ ਚੀਜ਼ ਦਾਨ ਕਰਦੇ ਨੇ ਅਤੇ ਉਹਦੇ ਬਦਲੇ ਦੇ ਵਿੱਚ ਉਹਨਾਂ ਦੇ ਮਨ ਦੇ ਵਿੱਚ ਬਹੁਤ ਕੁਝ ਚੱਲਦਾ ਪਿਆ ਹੈ। ਮਹਾਰਾਜ ਕਹਿੰਦਾ ਜਿੱਦਾਂ ਇਹ ਲੋਕ ਨੇ ਨਾ, ਇੱਦਾਂ ਹੀ ਭਗਤ ਨੇ ਇਸ ਦੁਨੀਆ ਦੇ ਵਿੱਚ। ਭਗਤ ਕਿਤੇ ਹੋਰ ਪਲੈਨਟ ਤੋਂ ਥੋੜ੍ਹਾ ਡਿੱਗੇ ਨੇ, ਇਸੇ ਦੁਨੀਆ ਦੇ ਵਿੱਚ ਜੀ ਰਹੇ, ਇੱਥੇ ਹੀ ਜੀਂਦੇ ਨੇ। ਪਰ ਉਹਨਾਂ ਦੀ ਜ਼ਿੰਦਗੀ ਇੱਦਾਂ ਦੀ ਨਹੀਂ ਵੀ ਉਹ ਕਹਿਣ ਵੀ ਮੈਂ ਸਹੀ ਹਾਂ ਅਤੇ ਦੂਜੇ ਗਲਤ ਨੇ, ਜਾਂ ਉਹ ਕਹਿਣ ਵੀ ਭਾਈ ਮੇਰਾ ਰਸਤਾ ਸਹੀ ਹੈ ਅਤੇ ਇਹ 'ਤੇ ਚੱਲੋ। ਨਹੀਂ, ਉਹ ਕਹਿੰਦੇ ਨੇ ਨਾਨਕ ਭਗਤਾਂ ਭੁੱਖ ਸਾਲਾਹਣ ਸੱਚ ਨਾਮ ਆਧਾਰ। ਭਗਤਾਂ ਦੇ ਅੰਦਰ ਇੱਕੋ ਹੀ ਚੀਜ਼ ਦੀ ਭੁੱਖ ਹੈ। ਕਿਹੜੀ ਹੈ? ਨਾਮ ਦੀ ਸਲਾਹ ਕਰਨ ਦੀ, ਮਤਲਬ ਰੱਬ ਦਾ ਨਾਮ ਜਪਣ ਦੀ। ਉਹ ਇਹ ਨਹੀਂ ਕਹਿੰਦੇ ਵੀ ਤੁਹਾਡਾ ਰਸਤਾ ਸਹੀ ਹੈ ਅਤੇ ਫਲਾਣੇ ਦਾ ਰਸਤਾ ਗਲਤ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਸ ਵੇਲੇ ਬਹਾਦਰ ਸ਼ਾਹ ਜਿੱਤਿਆ ਸੀ ਨਾ, ਮਹਾਰਾਜ ਨੇ ਮਦਦ ਕੀਤੀ ਸੀ ਇਹਦੀ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਬੈਠੇ, ਅਤੇ ਉਹਦੇ ਜਿਹੜੇ ਬਹਾਦਰ ਸ਼ਾਹ ਦੀ ਕੈਬਨਿਟ ਦੇ ਵਿੱਚ ਕਾਜੀ ਬੈਠੇ ਹੋਏ ਸੀ, ਉਹਨਾਂ ਨੂੰ ਪਤਾ ਸੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਧਾਰਮਿਕ ਤਾਕਤ ਵਾਲਾ ਬੰਦਾ ਹੈ। ਅਤੇ ਉਹਨਾਂ ਦੀ ਪ੍ਰੋਬਲਮ ਇਹ ਹੁੰਦੀ ਹੈ ਵੀ ਉਹ ਵੇਖਦੇ ਨੇ ਵੀ ਕਰਾਮਾਤ ਕਰਕੇ ਵਿਖਾਵੇ, ਕੋਈ ਜਾਦੂਗਰੀ ਕਰਕੇ ਵਿਖਾਏ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਿਹੜੇ ਉਹਨਾਂ ਨੇ ਸਵਾਲ ਕੀਤੇ ਸੀ, ਉਹਨਾਂ ਸਵਾਲਾਂ ਦੇ ਵਿੱਚੋਂ ਤਾਂ ਇਹ ਸੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਭ ਤੋਂ ਵੱਡੀ ਕਰਾਮਾਤ ਪੈਸਾ, ਜਿਹੜਾ ਜਿਹਨੂੰ ਮਰਜ਼ੀ ਬਦਲ ਸਕਦਾ। ਉਹਦੇ ਤੋਂ ਵੱਡੀ ਕਰਾਮਾਤ ਆਹ ਕਿਰਪਾਨ ਹੈ, ਵੇਖ ਲਾ ਵੀ ਆਹ ਕਿਰਪਾਨ ਹੈ, ਤੈਨੂੰ ਰਾਜ ਦਵਾ ਵੀ ਸਕਦੀ ਹੈ ਅਤੇ ਤੇਰਾ ਰਾਜ ਖੋਹ ਵੀ ਸਕਦੀ ਹੈ। ਅਤੇ ਉਹਦੇ ਵਿੱਚ ਇੱਕ ਗੱਲ ਸੀ, ਸਤਿਗੁਰੂ ਨੂੰ ਸਵਾਲ ਕੀਤਾ ਸੀ ਵੀ ਮਹਾਰਾਜ ਧਰਮ ਸਾਡਾ ਚੰਗਾ ਕਿ ਧਰਮ ਤੁਹਾਡਾ ਚੰਗਾ? ਇਹੋ ਹੀ ਸਵਾਲ ਹੈ ਨਾ ਸਾਡੀ ਦੁਨੀਆ ਦਾ, ਬਸ ਵੀ ਹਿੰਦੂ ਚੰਗੇ ਕਿ ਮੁਸਲਮਾਨ ਚੰਗੇ, ਮੁਸਲਮਾਨ ਚੰਗੇ ਕਿ ਸਿੱਖ ਚੰਗੇ। ਬਾਬਾ ਕਬੀਰ ਦੇ ਕੋਲ ਵੀ ਇਹੋ ਹੀ ਸਵਾਲ ਸੀ, ਗੁਰੂ ਨਾਨਕ ਦੇ ਅੱਗੇ ਵੀ ਇਹੋ ਹੀ ਸਵਾਲ ਸੀ, ਗੁਰੂ ਗੋਬਿੰਦ ਸਿੰਘ ਦੇ ਅੱਗੇ ਵੀ ਇਹੋ ਸਵਾਲ ਹੈ। ਹਰ ਧਾਰਮਿਕ ਬੰਦੇ ਦੇ ਅੱਗੇ ਇਹੋ ਹੀ ਸਵਾਲ ਹੈ। ਜਿਹੜੇ ਚੱਲਦੇ ਨਹੀਂ ਉਹ ਦੂਰੋਂ ਪੁੱਛੀ ਜਾਂਦੇ ਨੇ ਵੀ ਪਾਣੀ ਕਿੰਨਾ ਕੱਢੂੰਗਾ। ਜਿਹੜੇ ਚੱਲਦੇ ਨਹੀਂ ਉਹ ਇਹੋ ਹੀ ਸਵਾਲ ਕਰਨਗੇ ਵੀ ਕੌਣ ਚੰਗਾ ਅਤੇ ਕੌਣ ਬੁਰਾ। ਚੱਲੋਗੇ ਤਾਂ ਪਤਾ ਲੱਗ ਜਾਵੇਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦੇ ਧਰਮ ਕਿਹੜਾ ਚੰਗਾ? ਮਹਾਰਾਜ ਨੇ ਇਹ ਨਹੀਂ ਕਿਹਾ ਵੀ ਉਹ ਚੰਗੇ ਅਤੇ ਆਹ ਮਾੜੇ ਅਤੇ ਅਸੀਂ ਚੰਗੇ ਅਤੇ ਦੂਜੇ ਬੁਰੇ। ਸਤਿਗੁਰੂ ਕੀ ਕਹਿੰਦੇ ਨੇ? ਤੁਮ ਕੋ ਤੁਮਾਰਾ ਖੂਬ, ਹਮ ਕੋ ਹਮਾਰਾ ਖੂਬ। ਭਾਈ ਤੁਹਾਨੂੰ ਤੁਹਾਡਾ ਚੰਗਾ, ਸਾਨੂੰ ਸਾਡਾ ਚੰਗਾ। ਤੁਸੀਂ ਜਿੱਦਾਂ ਜੀ ਰਹੇ ਜੇ ਬੜੀ ਵਧੀਆ ਗੱਲ ਹੈ, ਜਿੱਦਾਂ ਅਸੀਂ ਜੀ ਰਹੇ ਹਾਂ ਸਾਡੀ ਵਧੀਆ ਗੱਲ ਹੈ। ਤੁਸੀਂ ਆਪਣੀ ਮੌਜ ਦੇ ਵਿੱਚ ਰਹੋ, ਸਾਨੂੰ ਆਪਣੀ ਮੌਜ ਦੇ ਵਿੱਚ ਰਹਿਣ ਦਿਓ। ਕਿਸੇ ਦੇ ਵਿੱਚ ਇੰਟਰਫੇਅਰ ਕਿਉਂ ਕਰਦੇ ਹਾਂ ਅਸੀਂ?
ਮੈਨੂੰ ਲੱਗਦਾ ਵੀ ਅੱਲਾ ਅੱਲਾ ਕਹਿਣ ਵਾਲਾ ਰਾਮ ਕਹੇਗਾ ਤਾਂ ਫਿਰ ਰੱਬ ਦੀ ਛੇਤੀ ਨੇੜੇ ਹੋ ਜਾਵੇਗਾ। ਮੈਨੂੰ ਲੱਗਦਾ ਵੀ ਰਾਮ ਕਹਿਣ ਵਾਲਾ ਅੱਲਾ ਕਹਿਣਾ ਸ਼ੁਰੂ ਕਰ ਦੇਵੇਗਾ ਤਾਂ ਫਿਰ ਰੱਬ ਦੇ ਜ਼ਿਆਦਾ ਨੇੜੇ ਹੋ ਜਾਵੇਗਾ। ਇਹ ਫਲਸਫੇ ਦੀਆਂ ਗੱਲਾਂ ਕੁਝ ਨਹੀਂ ਨੇ ਇਹਦੇ ਵਿੱਚ। ਸਿਧਾਂਤ ਨੂੰ ਅਸੀਂ ਲਈ ਫਿਰਦੇ ਹਾਂ ਦੁਨੀਆ ਦੇ ਵਿੱਚ। ਵੇਖੋ ਨਾ ਕਿੱਦਾਂ ਜਿਹੜੇ ਬੰਦੇ ਨੂੰ ਰਾਮ ਰਾਮ ਦੇ ਨਾਂ 'ਤੇ ਕੁੱਟ ਕੇ ਮਾਰ ਦਿੱਤਾ ਗਿਆ ਹੈ, ਉਹ ਕਿਹੜੇ ਰੱਬ ਨੂੰ ਖੁਸ਼ ਕਰਦੇ ਪਏ ਨੇ? ਤੁਸੀਂ ਸੋਚਿਆ ਹੋਵੇਗਾ ਕਦੀ ਇਸ ਗੱਲ ਨੂੰ? ਮਹਾਰਾਜ ਕਹਿੰਦੇ ਭਗਤ ਨਹੀਂ ਇਹਨਾਂ ਝਗੜਿਆਂ ਦੇ ਵਿੱਚ ਪੈਂਦੇ। ਇਸੇ ਕਰਕੇ ਭਗਤ ਇੱਦਾਂ ਦੇ ਹੁੰਦੇ ਨੇ ਜਿਨ੍ਹਾਂ ਦੇ ਅੱਗੇ ਸਾਰੇ ਜਾ ਕੇ ਬੈਠ ਜਾਂਦੇ ਨੇ। ਨਾਨਕ ਭਗਤਾਂ ਭੁੱਖ ਸਾਲਾਹਣ ਸੱਚ ਨਾਮ ਆਧਾਰ। ਭਗਤਾਂ ਦੇ ਅੰਦਰ ਇੱਕੋ ਭੁੱਖ ਹੈ, ਕਿਹੜੀ? ਉਹ ਸਿਰਫ ਨਾਮ ਦੀ ਭੁੱਖ ਹੈ। ਉਹ ਕਹਿੰਦੇ ਨੇ ਸਾਡਾ ਇਹਨਾਂ ਗੱਲਾਂ ਦੇ ਨਾਲ ਮਤਲਬ ਨਹੀਂ। ਇੱਕ ਬਚਨ ਮੈਂ ਆਪ ਜੀ ਦੇ ਅੱਗੇ ਕਹਿ ਦੇਵਾਂ। ਹਜ਼ੂਰ ਕਹਿੰਦੇ ਤੇਰਿਆਂ ਭਗਤਾਂ ਭੁੱਖ ਸਦ ਤੇਰੀ ਆ। ਉਹ ਸਿਧਾਂਤਾਂ ਦੇ ਵਿੱਚ ਨਹੀਂ। ਦੇਖੋ ਮੈਂ ਵਾਰ-ਵਾਰ ਕਹਿਣਾ ਹੁੰਦਾ, ਆਖਰੀ ਗੱਲ ਕਹਿ ਕੇ ਸਮਾਪਤੀ ਕਰਾਂਗਾ। ਮੈਂ ਜਿੱਦਣ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨੇੜੇ ਆਇਆ ਜਾਂ ਮਹਾਰਾਜ ਨੇ ਕਿਤੇ ਆਵਾਜ਼ ਮਾਰ ਕੇ ਬੁਲਾ ਲਿਆ, ਮੈਂ ਮੂਰਤੀ ਨੂੰ ਮੱਥਾ ਨਹੀਂ ਟੇਕਿਆ ਉਦਣ ਤੋਂ ਬਾਅਦ 'ਚ। ਪਹਿਲਾਂ ਟੇਕੇ ਵੀ ਸੀ, ਬਾਅਦ 'ਚ ਕਦੀ ਮੂਰਤੀ ਨੂੰ ਮੱਥਾ ਨਹੀਂ ਟੇਕਿਆ। ਪਰ ਇਹਦਾ ਮਤਲਬ ਇਹ ਵੀ ਨਹੀਂ ਵੀ ਮੂਰਤੀ ਨੂੰ ਮੱਥਾ ਟੇਕਣ ਵਾਲੇ ਮੈਨੂੰ ਬੁਰੇ ਲੱਗਦੇ ਨੇ। ਮੈਨੂੰ ਨਹੀਂ ਬੁਰੇ ਲੱਗਦੇ। ਔਰ ਇਮਾਨਦਾਰੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹਿਣਾ। ਇੱਕ ਹੁੰਦਾ ਵੀ ਉੱਤੋਂ ਕਹਿ ਦੇਣਾ ਵੀ ਨਹੀਂ ਜੀ ਮੈਨੂੰ ਨਹੀਂ ਬੁਰੇ ਲੱਗਦੇ, ਪਰ ਲੱਗਦੇ ਹੁੰਦੇ ਨੇ। ਮੈਂ ਮਹਾਰਾਜ ਦੀ ਹਜ਼ੂਰੀ 'ਚ ਕਹਿ ਰਿਹਾ ਇਸ ਗੱਲ ਨੂੰ, ਕੋਈ ਬੁਰਾ ਨਹੀਂ ਲੱਗਦਾ, ਸਗੋਂ ਸੋਹਣੇ ਲੱਗਦੇ ਨੇ। ਗੁਰੂ ਨਾਨਕ ਸਾਹਿਬ ਨੂੰ ਪੁੱਛ ਕੇ ਵੇਖੋ ਨਾ, ਸਿਧਾਂਤ ਹੈ, ਰਸਤਾ ਹੈ ਗੁਰੂ ਨਾਨਕ ਸਾਹਿਬ ਦਾ ਵੀ ਅਸੀਂ ਇਸ ਰਸਤੇ 'ਤੇ ਚੱਲਦੇ ਪਏ ਹਾਂ। ਪਰ ਮਹਾਰਾਜ ਪਤਾ ਕੀ ਕਹਿੰਦੇ ਨੇ? ਦੇਵਤਿਆਂ ਦਰਸ਼ਨ ਕੈ ਤਾਈਂ ਦੂਖ ਭੂਖ ਤੀਰਥ ਕੀਏ, ਜੋਗੀ ਜਤੀ ਜੁਗਤ ਮਹਿ ਰਹਤੇ ਕਰ ਕਰ ਭਗਵੇਂ ਪੇਖ ਕੀਏ। ਤੇਰੇ ਤਉ ਕਾਰਨ ਸਾਹਿਬਾ ਰੰਗ ਰਤੇ, ਤੇਰੇ ਨਾਮ ਅਨੇਕਾ ਰੂਪ ਅਨੰਤਾ, ਕਹਿਣ ਨਾ ਜਾਈ ਤੇਰੇ ਗੁਣ ਕੀਤੇ। ਮਹਾਰਾਜ ਤੇਰੇ ਕਰਕੇ ਤੇ ਲੱਗੇ ਹੋਏ ਨੇ, ਤੇ ਜਿਹੜੇ ਤੇਰੇ ਕੰਮ 'ਚ ਲੱਗੇ ਹੋਏ ਨੇ, ਮੈਨੂੰ ਤੂੰ ਚੰਗਾ ਲੱਗਦਾ ਹੈ ਤੇ ਮੈਨੂੰ ਇਹ ਕਿੱਦਾਂ ਬੁਰੇ ਲੱਗ ਸਕਦੇ ਨੇ? ਪਰ ਸਾਡੀ ਲੜਾਈ ਕੀ ਹੈ? ਮੇਰੇ ਰਸਤੇ 'ਤੇ ਚੱਲੋ, ਮੇਰੇ ਰਸਤੇ 'ਤੇ ਚੱਲੋ। ਮਹਾਰਾਜ ਨਹੀਂ ਕਹਿੰਦੇ, ਸਤਿਗੁਰੂ ਕਹਿੰਦੇ ਨੇ ਜਿੱਤ ਦੁਆਰੇ ਉਭਰਿਆ ਤਿੱਤੈ ਲਿਹੁ ਉਬਾਰ। ਮਸਲਾ ਤਾਂ ਇਹ ਹੈ ਵੀ ਤੁਸੀਂ ਗੁਰਦੁਆਰੇ ਆਉਣਾ ਹੈ, ਪੈਸੇ ਇਸ ਦਰਵਾਜ਼ੇ ਤੋਂ ਆ ਜਾਓ ਤੇ ਭਾਵੇਂ ਇਸ ਦਰਵਾਜ਼ੇ ਤੋਂ ਆ ਜਾਓ, ਤੁਸੀਂ ਰੱਬ ਤੱਕ ਪਹੁੰਚਣਾ ਹੈ। ਪਰ ਇਹ ਨਾ ਕਹੋ ਵੀ ਮੈਂ ਉਸ ਦਰਵਾਜ਼ੇ ਤੋਂ ਆਇਆ ਤਾਂ ਦਰਵਾਜ਼ਾ ਉਹੀ ਵਧੀਆ ਹੈ, ਪਿੱਛੇ ਵੀ ਦਰਵਾਜ਼ਾ ਹੈ, ਰਸਤਾ ਸਾਰਾ ਹੀ ਠੀਕ ਹੈ। ਪਰ ਜਦੋਂ ਅਸੀਂ ਦੂਸਰੇ ਦੇ ਰਸਤੇ ਨੂੰ ਕਹਿਣ ਲੱਗ ਪਏ ਤੇ ਵੀ ਤੇਰਾ ਰਸਤਾ ਕਿਸੇ ਕੰਮ ਦਾ ਨਹੀਂ, ਲੜਾਈਆਂ ਇੱਥੋਂ ਸ਼ੁਰੂ ਹੋ ਜਾਂਦੀਆਂ ਨੇ। ਸਤਿਗੁਰੂ ਕਹਿੰਦੇ ਭਗਤ ਇਸ ਗੱਲ ਦੇ ਵਿੱਚ ਨਹੀਂ ਜਾਂਦੇ ਵੀ ਕੌਣ ਗਲਤ ਤੇ ਕੌਣ ਸਹੀ। ਉਹ ਕੀ ਕਹਿੰਦੇ ਨੇ? ਨਾਨਕ ਭਗਤਾਂ ਭੁੱਖ ਸਾਲਾਹਣ ਸੱਚ ਨਾਮ ਆਧਾਰ। ਤੇ ਫਿਰ ਹੋਰ ਕੀ ਕਹਿੰਦੇ ਨੇ? ਇੱਕ ਤੇ ਨਾਮ ਜਪਦੇ ਨੇ, ਸਦਾ ਆਨੰਦ ਰਹੇ, ਆਨੰਦ ਵਾਲੀ ਜ਼ਿੰਦਗੀ ਜੀਂਦੇ ਨੇ। ਮੈਂ ਦੁਹਰਾ ਦੇਵਾਂ, ਇਹ ਚੀਜ਼ਾਂ ਤੁਸੀਂ ਅਕਸਰ ਵੇਖੋਗੇ ਫੇਸਬੁੱਕ ਦੇ ਉੱਤੇ ਜਾਂ ਇਹਨਾਂ ਥਾਵਾਂ ਦੇ ਉੱਤੇ ਵੀ ਉਹਨੂੰ ਕਹਿੰਦੇ ਜੀ ਤੂੰ ਰੱਬ ਦਾ ਨਾਮ ਲੈ, ਜਿਹੜੇ ਰੱਬ ਦਾ ਨਾਮ ਅਸੀਂ ਲੈਂਦੇ ਹਾਂ। ਰੱਬ ਤਾਂ ਇੱਕ ਹੀ ਆ, ਉਹਨੂੰ ਤੁਸੀਂ ਜੋ ਮਰਜ਼ੀ ਕਹੀ ਜਾਓ, ਉਹਦੇ ਨਾਲ ਕੀ ਫਰਕ ਪੈਂਦਾ? ਹੁਣ ਕੀ ਹੋ ਗਿਆ? ਦਾਤਾਰ ਕੀ ਕਹਿੰਦੇ ਨੇ ਵੀ ਉਹ ਜਿਹੜਾ ਬੰਦਾ ਕਿਸੇ ਨੂੰ ਮਾਰ ਕੇ ਆ ਗਿਆ ਹੈ ਰੱਬ ਦੇ ਨਾਂ ਦੇ ਉੱਤੇ, ਵੀ ਮੈਂ ਕਤਲ ਕਰਕੇ ਆਇਆ ਹਾਂ, ਤੁਹਾਨੂੰ ਲੱਗਦਾ ਵੀ ਜੇ ਕਿਤੇ ਰਾਤ ਨੂੰ ਬਹਿ ਕੇ ਰੱਬ ਦਾ ਨਾਮ ਜਪਣ ਲੱਗੇਗਾ ਤਾਂ ਕਿਤੇ ਧਿਆਨ ਲੱਗ ਜਾਵੇਗਾ ਉਹਦਾ? ਕਦੀ ਨਹੀਂ ਲੱਗੇਗਾ, ਕਦੀ ਟਿਕਾ ਬਣ ਹੀ ਨਹੀਂ ਸਕਦਾ। ਜਿਹੜਾ ਲੋਕਾਂ ਨੂੰ ਮਾਰ ਕੇ ਰੋਟੀ ਖਾ ਰਿਹਾ ਹੈ, ਉਹਨੂੰ ਤੁਸੀਂ ਕਿਤੇ ਬਿਠਾ ਦਿਓ, ਭਾਵੇਂ ਗੁਰਦੁਆਰੇ ਬਿਠਾ ਦਿਓ, ਜੇ ਧਿਆਨ ਲੱਗ ਜਾਵੇਗਾ ਤਾਂ ਮੈਨੂੰ ਆਖਿਓ ਉਹਦਾ ਨਹੀਂ ਲੱਗਦਾ। ਪਰ ਨਾਨਕ ਗੁਰੂ ਸਾਹਿਬ ਕਹਿੰਦੇ ਨੇ ਸਦਾ ਆਨੰਦ ਰਹੇ, ਭਗਤ ਆਨੰਦ ਦੇ ਵਿੱਚ ਰਹਿੰਦੇ ਨੇ, ਉਹਨਾਂ ਨੂੰ ਕੋਈ ਮੁਸ਼ਕਿਲ ਹੀ ਨਹੀਂ ਇਸ ਚੀਜ਼ ਦੇ ਤੋਂ। ਸਦਾ ਆਨੰਦ ਰਹੇ ਦਿਨ ਰਾਤੀ, ਦਿਨ ਰਾਤ ਇੱਕੋ ਜਿਹੀ ਅਵਸਥਾ ਦੇ ਵਿੱਚ, ਕਿੱਥੇ ਰਾਤ ਹੈ ਕਿੱਥੇ ਦਿਨ ਹੈ ਕੋਈ ਫਰਕ ਨਹੀਂ, ਉਹ ਇੱਕੋ ਜਿਹੇ ਰਹਿੰਦੇ ਨੇ। ਸਦਾ ਆਨੰਦ ਰਹੇ ਦਿਨ ਰਾਤੀ, ਗੁਣਵੰਤਿਆ ਪਾਸ਼ਾਰ, ਗੁਣਵਾਨਾਂ ਦੇ ਪੈਰਾਂ ਦੀ ਧੂੜ ਬਣੇ ਰਹਿੰਦੇ ਨੇ। ਉਹ ਨੀਵੇਂ ਹੋ ਕੇ ਉਹਨਾਂ ਦੀ ਸੇਵਾ ਕਰਦੇ ਨੇ ਵੀ ਗੁਣਵਾਨਾਂ ਦੇ ਕੋਲੋਂ ਸਿੱਖ ਲਿਆ ਜਾਵੇ। ਗੁਣਵੰਤਿਆਂ ਪਾਸ਼ਾਰ, ਗੁਣਵਾਨਾਂ ਦੇ ਚਰਨਾਂ ਦੀ ਧੂੜ ਮੰਗਦੇ ਨੇ, ਜਿਹਨੂੰ ਅਸੀਂ ਸੋਹਲਾ ਸਾਹਿਬ ਦੇ ਵਿੱਚ ਪੜ੍ਹਦੇ ਹਾਂ। ਨਾਨਕ ਦਾਸ ਇਹ ਸੁਖ ਮੰਗੈ ਮੁਕ ਕਰ ਸੰਤਨ ਕੀ ਧੂਰੇ। ਮੈਨੂੰ ਰੱਬ ਦੇ ਪਿਆਰਿਆਂ ਦੀ ਚਰਨਾਂ ਦੀ ਧੂੜੀ ਦੇ, ਮੈਂ ਉਹਨਾਂ ਦੇ ਕੋਲੋਂ ਕੁਝ ਸਿੱਖ ਜਾਵਾਂ। ਕਿਤੇ ਮੈਂ ਇਹੋ ਜਿਹਾ ਧਰਮ ਨਾਲ ਨਿਭਾਉਣ ਲੱਗ ਪਵਾਂ ਜਿਹਨੂੰ ਦੁਨੀਆ ਕਹਿੰਦੀ ਹੈ ਧਰਮ ਹੈ, ਪਰ ਮੈਂ ਕਿਤੇ ਉਹ ਧਰਮ ਨੂੰ ਕਮਾਉਂਦਾ ਅੰਨਾ ਹੋ ਜਾਵਾਂ। ਇੱਦਾਂ ਹੀ ਹੋ ਜਾਂਦਾ ਹੈ। ਇਹਨੂੰ ਬਾਬਾ ਨਾਮਦੇਵ ਕਹਿੰਦੇ ਨੇ ਕਿ ਕੋਈ ਅੰਨੇ ਨੇ ਤੇ ਕੋਈ ਬਿਲਕੁਲ ਹੀ ਕਾਣੇ ਨੇ। ਦਾਤਾਰ ਦੇ ਸ਼ਬਦ ਇਹ ਜਿਹੜਾ ਅਸੀਂ ਸਮਝਿਆ ਹੈ, ਇਹਦਾ ਮੁੱਖ ਭਾਵ ਇਹੀ ਹੈ, ਹਰ ਕੋਈ ਬੰਦਾ ਆਪਣੇ ਧਰਮ ਦੀ, ਆਪਣੇ ਮਜ਼ਹਬ ਦੀ ਇੱਕ ਈਗੋ ਲੈ ਕੇ ਚੱਲਦਾ ਪਿਆ ਹੈ। ਮੈਂ ਚੰਗਾ, ਦੂਸਰੇ ਦਾ ਮਜ਼ਹਬ ਬੁਰਾ। ਧਰਮ ਇੱਕ ਹੀ ਹੁੰਦਾ ਹੈ, ਮਜ਼ਹਬ ਦੀ ਲੜਾਈ ਜਿਹੜੀ ਹੈ। ਇਸ ਕਰਕੇ ਜਿੰਨਾ ਵੀ ਜਿੱਦਾਂ ਬਾਹਰਲੇ ਦੇਸ਼ਾਂ ਦੇ ਵਿੱਚ ਕਾਲਿਆਂ ਗੋਰਿਆਂ ਦੀ ਲੜਾਈ ਹੁੰਦੀ ਹੈ, ਸਾਡੇ ਧਰਮਾਂ ਦੀ ਲੜਾਈ ਹੁੰਦੀ ਹੈ। ਹੁਣ ਆਸਾ ਦੀ ਵਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਆਹ ਜਿਹੜੀਆਂ ਬੇਸਿਕ ਗੱਲਾਂ ਨੇ, ਸ਼ੁਰੂ ਸਾਰਾ ਕੁਝ ਇਹਨਾਂ ਤੋਂ ਹੋ ਰਿਹਾ। ਮਹਾਰਾਜ ਕਹਿੰਦੇ ਨੇ ਭਾਈ ਆਪਣੀ ਆਪਣੀ ਈਗੋ ਨਾ ਲੈ ਕੇ ਚੱਲੋ, ਰਸਤਾ ਕਿਸੇ ਦਾ ਵੀ ਗਲਤ ਨਹੀਂ ਹੋ ਸਕਦਾ। ਮੇਨ ਗੱਲ ਹੈ ਵੀ ਤੁਸੀਂ ਕਿਸੇ ਵੀ ਰਸਤੇ 'ਤੇ ਚੱਲਣਾ, ਪਹੁੰਚਣਾ ਤੁਸੀਂ ਇਸ ਪੰਕਤੀ ਦੇ ਉੱਤੇ ਹੈ ਵੀ ਤੁਸੀਂ ਭਗਤ ਬਣਨਾ ਹੈ। ਡਿਵੋਟੀ ਬਣਨ ਦੇ ਵਿੱਚ ਭਗਤ ਬਣਨ ਦਾ ਇਹੀ ਫਰਕ ਹੈ।
ਨਹੀਂ ਜੇ ਰਸਤੇ ਦੇ ਉੱਤੇ ਤੇ ਕਈ ਜਾ ਰਹੇ ਨੇ, ਜਿਹੜੇ ਚੱਲਦੇ ਨਹੀਂ ਉਹਨਾਂ ਲਈ ਦਿੱਕਤ ਹੀ ਦਿੱਕਤ ਹੈ, ਜਿਹੜੇ ਚੜ੍ਹਦੇ ਨੇ ਉਹ ਭਗਤ ਬਣ ਜਾਂਦੇ ਨੇ। ਇਸ ਕਰਕੇ ਗੁਰੂ ਕਿਰਪਾ ਕਰੇ ਤੁਸੀਂ ਕਿਸੇ ਚੀਜ਼ ਨੂੰ ਫੋਲੋ ਕਰਦੇ ਜੇ। ਗੁਰਦੁਆਰੇ ਦਾ ਨਿਯਮ ਹੈ ਉਹ ਅਸੀਂ ਇੱਥੇ ਵਿਚਾਰਦੇ ਹਾਂ। ਆਪਾਂ ਕਿਸੇ ਵੀ ਚੀਜ਼ ਦੇ ਨਾਲ ਸੰਬੰਧਿਤ ਹਾਂ, ਪਹਿਲਾ ਖਿਆਲ ਇਹ ਹੈ ਕੁਦਰਤ ਕੇ ਸਭ ਬੰਦੇ, ਇਹ ਖਿਆਲ ਮਨ ਦੇ ਵਿੱਚ ਰਹਿਣਾ ਚਾਹੀਦਾ ਹੈ। ਜਿੱਦਾਂ ਬਗੀਚੀ ਦੇ ਵਿੱਚ ਵੱਖਰੇ ਵੱਖਰੇ ਫੁੱਲ ਖਿੜੇ ਹੁੰਦੇ ਤੇ ਸੋਹਣੇ ਲੱਗਦੇ ਨੇ ਨਾ, ਇੱਦਾਂ ਮਜ਼ਹਬ ਨੇ, ਬਸ ਸੋਹਣੇ ਲੱਗਣੇ ਚਾਹੀਦੇ ਨੇ, ਵਧੀਆ ਲੱਗਣੇ ਚਾਹੀਦੇ ਨੇ। ਜੋ ਗਲਤੀਆਂ ਨੇ ਉਹ ਦੂਰ ਕਰਨੀਆਂ ਚਾਹੀਦੀਆਂ ਨੇ, ਪਰ ਬੁਰਾ ਨਹੀਂ ਕੋਈ ਲੱਗਣਾ ਚਾਹੀਦਾ ਵੀ ਆਹ ਤਾਂ ਮੈਨੂੰ ਚੰਗੇ ਹੀ ਨਹੀਂ ਲੱਗਦੇ। ਇਸ ਕਰਕੇ ਦਾਤਾਰ ਕਿਰਪਾ ਕਰਨ। ਮਹਾਰਾਜ ਕਹਿੰਦੇ ਭਗਤ ਆਨੰਦ ਦੇ ਵਿੱਚ ਰਹਿੰਦੇ ਨੇ। ਕਿਉਂ? ਕਿਉਂਕਿ ਉਹ ਫਜ਼ੂਲ ਦੀਆਂ ਲੜਾਈਆਂ ਦੇ ਵਿੱਚ ਨਹੀਂ ਜਿਉਂਦੇ। ਦਾਤਾਰ ਕਿਰਪਾ ਕਰਨ। ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਕੱਲ੍ਹ ਅਸੀਂ ਅਗਲੇ ਸਲੋਕ ਦੇ ਨਾਲ ਜੁੜਾਂਗੇ। ਅੱਜ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦਿਆਂ ਭੁੱਲਾਂ ਦੀ ਖਿਮਾ। ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ